ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਆਪਣੇ ਚੈਨਲ ਟਰੂ ਪ੍ਰਮੋਸ਼ਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਸਾਡੇ ਅੱਜ ਦੇ ਗੈਸਟ ਬਹੁਤ ਹੀ ਸਪੈਸ਼ਲ ਸਰਹੰਦ ਤੋਂ ਨੇ ਵੈਸੇ ਬੇਸਿਕਲੀ, ਤੇ ਸਾਹਿਤਕ ਕਲਾ ਦੇ ਵਿੱਚ ਉਹਨਾਂ ਨੇ ਇੱਕ ਐਸੀ ਵੱਖਰੀ ਪਹਿਚਾਣ ਬਣਾਈ ਜਿਹੜੀ ਕਿ ਤੁਸੀਂ ਸਾਰੇ ਅੱਜ ਦੀ ਡੇਟ ਦੇ ਵਿੱਚ ਜੇ ਉਹਨਾਂ ਦੀ ਬੁੱਕ ਪੜ੍ਹੋਗੇ ਤਾਂ ਤੁਹਾਨੂੰ ਵੀ ਇੱਕ ਨਵੇਕਲਾ ਰੂਪ ਸਾਹਿਤਕ ਕਲਾ ਦੇ ਨਾਲ ਜੁੜਿਆ ਦਿਸੇਗਾ। ਮੇਰੀ ਮੁਰਾਦ ਮੈਡਮ ਕਮਲਜੀਤ ਕੌਰ ਜੀ ਸਰਹੰਦ ਤੋਂ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਮ। ਸਤਿ ਸ਼੍ਰੀ ਅਕਾਲ ਜੀ ਸਭ ਦੋਸਤਾਂ ਮਿੱਤਰਾਂ ਦਾ, ਥੈਂਕ ਯੂ ਜੀ। ਮੈਂ ਪੁੱਛਣਾ ਚਾਹੂੰਗਾ ਕਿ ਇਹ ਜਿਹੜੀ ਤੁਸੀਂ ਇੱਕ ਬੁੱਕ ਲਿਖੀ ਹੈ ਅਲਵਿਦਾ ਤੋਂ ਪਹਿਲਾਂ, ਉਹਦੇ ਬਾਰੇ ਤੇ ਆਪਾਂ ਜਾਣਕਾਰੀ ਲਵਾਂਗੇ, ਪਰ ਉਸ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗਾ ਕਿ ਤੁਹਾਡਾ ਮੁੱਢਲਾ ਜੀਵਨ ਜਿਹੜਾ ਬਚਪਨ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਦਾ ਸਫ਼ਰ ਤੁਹਾਡਾ ਕਿਵੇਂ ਦਾ ਸੀਗਾ। ਪਲੀਜ਼ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਜਾਣਕਾਰੀ। ਹਾਂਜੀ ਹਰਜੋਤ ਜੀ, ਐਕਚੁਅਲੀ ਮੈਂ ਬੇਸਿਕਲੀ ਡਕਾਲਾ ਪਿੰਡ ਤੋਂ ਬਿਲੋਂਗ ਕਰਦੀ ਹਾਂ। ਪਟਿਆਲਾ ਜ਼ਿਲ੍ਹੇ ਦੇ ਵਿੱਚ ਹੈ ਮੇਰਾ ਪਿੰਡ ਜੀ। ਉੱਥੋਂ ਹੀ ਮੈਂ 10ਵੀਂ ਤੱਕ ਦੀ ਵਿੱਦਿਆ ਪ੍ਰਾਪਤ ਕੀਤੀ ਜੀ। ਉਸ ਤੋਂ ਬਾਅਦ ਜਿਸ ਵੇਲੇ ਮੈਂ 10ਵੀਂ ਕੀਤੀ ਉੱਥੋਂ ਸਕੂਲ ਅਪਗ੍ਰੇਡ ਹੋਇਆ, 12ਵੀਂ ਵੀ ਉੱਥੋਂ ਹੀ ਕੀਤੀ ਜੀ। ਆਫਟਰ ਦੈਟ ਗ੍ਰੈਜੂਏਸ਼ਨ ਮੈਂ ਪ੍ਰਾਈਵੇਟ ਤੌਰ 'ਤੇ ਕੀਤੀ ਕਿਉਂਕਿ ਉਸੇ ਸਾਲ ਮੇਰੇ ਫਾਦਰ ਦਾ ਐਕਸੀਡੈਂਟ ਹੋਇਆ ਸੀ ਤੇ ਮੈਂ ਕਿਸੇ ਕਾਲਜ ਦੇ ਵਿੱਚ ਦਾਖਲਾ ਨਹੀਂ ਸੀ ਲੈ ਸਕੀ ਜੀ। ਫਿਰ MA ਪੰਜਾਬੀ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਕੀਤੀ। ਉਸ ਤੋਂ ਮਗਰੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ MPhil ਪੰਜਾਬੀ ਦੀ ਡਿਗਰੀ ਪ੍ਰਾਪਤ ਕੀਤੀ ਜੀ। ਆਫਟਰ ਦੈਟ ਮੈਰਿਜ ਤੋਂ ਬਾਅਦ ਕੁਝ ਮੈਂ ਸਟੱਡੀ ਕੀਤੀ ਹੈ। 2004 ਦੇ ਵਿੱਚ ਮੇਰੀ ਮੈਰਿਜ ਹੋ ਗਈ। ਉਸ ਤੋਂ ਬਾਅਦ ਫਿਰ ਮੈਂ B.Ed ਸਰਕਾਰੀ ਕਾਲਜ ਮਲੇਰਕੋਟਲਾ ਤੋਂ ਕੀਤੀ ਜੀ। ਤੇ ਇਹ ਮੇਰਾ ਵਿਦਿਅਕ ਸਫ਼ਰ ਇਸ ਤਰ੍ਹਾਂ ਰਿਹਾ ਜੀ। ਸੋ ਮੈਮ, ਇਹ ਤੁਹਾਡਾ ਸੀਗਾ ਵਿਦਿਅਕ ਸਫ਼ਰ ਜਿਹੜਾ ਤੁਸੀਂ ਦੱਸਿਆ। ਮੈਂ ਇਹ ਪੁੱਛਣਾ ਚਾਹੂੰਗਾ ਕਿ ਤੁਸੀਂ MPhil ਜਿਹੜੀ ਹੈ ਕਿਸ ਸਬਜੈਕਟ ਦੇ ਵਿੱਚ ਜਿਹੜੀ ਤੁਸੀਂ ਇਹ ਕੀਤੀ ਹੈ। ਹਰਜੋਤ ਜੀ, ਜਿਵੇਂ ਮੈਂ ਤੁਹਾਨੂੰ ਹੁਣੀ ਦੱਸਿਆ ਕਿ ਮੈਂ MPhil ਪੰਜਾਬੀ ਵਿਸ਼ੇ ਦੇ ਵਿੱਚ ਕੀਤੀ, ਜਿਹਦੇ ਵਿੱਚ ਮੈਂ ਸੁਖਮਨੀ ਸਾਹਿਬ ਦਾ ਕਾਵ ਸ਼ਾਸਤਰੀ ਅਧਿਐਨ ਵਿਸ਼ੇ ਦੇ ਵਿੱਚ MPhil ਦਾ ਆਪਣਾ ਖੋਜ ਕਾਰਜ ਪੂਰਾ ਕੀਤਾ ਜੀ। ਹਾਂਜੀ, ਕਿਉਂਕਿ ਪੰਜਾਬੀ ਸ਼ੁਰੂ ਤੋਂ ਹੀ ਮੇਰੇ ਦਿਲ ਦੇ ਨੇੜੇ ਹੈ, ਇਸ ਲਈ ਮੈਂ ਪੰਜਾਬੀ ਨੂੰ ਹੀ ਵਿਸ਼ੇ ਵਜੋਂ ਚੁਣਿਆ ਜੀ। ਮੈਂ ਜਿਵੇਂ ਕਿ ਆਪਾਂ ਦੇਖ ਹੀ ਰਹੇ ਹਾਂ ਕਿ ਤੁਸੀਂ ਪੰਜਾਬੀ ਦੇ ਵਿੱਚ ਹੀ ਬਹੁਤ ਹੀ ਸੌਖੇ ਅੱਖਰਾਂ ਦੇ ਵਿੱਚ ਜਿਹੜੀ ਆਪਾਂ ਪੰਜਾਬੀ ਕਹਿ ਲਈਏ, ਉਹਦੇ ਵਿੱਚ ਤੁਸੀਂ ਆਪਣੀ ਕਾਵ ਰਚਨਾ ਲਿਖੀ ਹੈ ਜਿਹੜੀ ਕਿ ਹਰ ਇੱਕ ਬੰਦੇ ਨੂੰ ਸਮਝ ਵੀ ਆ ਜਾਂਦੀ ਹੈ। ਤੇ ਮੈਂ ਇਹੀ ਚੀਜ਼ ਬਾਰੇ ਆ ਰਿਹਾ ਸੀ ਕਿ ਤੁਸੀਂ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰ ਰਹੇ ਹੋ ਬਹੁਤ ਹੀ ਅੱਛੇ ਪੱਧਰ ਤੇ। ਇਹਦੇ ਪਿੱਛੇ ਤੁਸੀਂ ਦੱਸ ਸਕਦੇ ਆ ਕਿ ਕੀ ਰਾਜ਼ ਹੈ। ਅਸਲ ਵਿੱਚ ਮੇਰਾ ਪੰਜਾਬੀ ਦੇ ਨਾਲ ਇੱਕ ਵਿਸ਼ੇਸ਼ ਤਰ੍ਹਾਂ ਦਾ ਮੋਹ ਹੈ ਜੀ। ਪੰਜਾਬੀ ਮਾਂ ਬੋਲੀ ਹੋਣ ਦੇ ਨਾਲ ਨਾਲ ਮੇਰੇ ਦਿਲ ਦੇ ਬਹੁਤ ਨੇੜੇ ਹੈ। ਮੈਂ ਇਹ ਨਿੱਜੀ ਤੌਰ 'ਤੇ ਇਸ ਚੀਜ਼ ਨੂੰ ਮਹਿਸੂਸ ਕਰਦੀ ਹਾਂ ਕਿ ਜੋ ਬਿਆਨ ਅਸੀਂ ਆਪਣੀਆਂ ਜਜ਼ਬਾਤਾਂ ਦਾ, ਆਪਣੀਆਂ ਭਾਵਨਾਵਾਂ ਦਾ ਅਸੀਂ ਆਪਣੀ ਮਾਤ ਭਾਸ਼ਾ ਦੇ ਰਾਹੀਂ ਕਰ ਸਕਦੇ ਹਾਂ, ਉਹ ਕਿਸੇ ਹੋਰ ਭਾਸ਼ਾ ਦੇ ਵਿੱਚ ਬਿਆਨ ਕਦੇ ਵੀ ਨਹੀਂ ਹੋ ਸਕਦਾ। ਮਾਤ ਭਾਸ਼ਾ ਸਾਡੇ ਮਨ ਦੀ ਭਾਸ਼ਾ ਹੈ, ਸਾਡੀ ਮਾਂ ਬੋਲੀ ਸਾਡੀ ਮਾਂ ਦੀ ਬੋਲੀ ਹੈ। ਤੇ ਮੈਂ ਇਸ ਚੀਜ਼ ਦੇ ਗੱਲ ਦੇ ਪ੍ਰਤੀ ਮਾਣ ਮਹਿਸੂਸ ਕਰਦੀ ਹਾਂ ਕਿ ਹੁਣ ਇਹ ਮੇਰੇ ਬੱਚਿਆਂ ਦੀ ਵੀ ਬੋਲੀ ਹੈ। ਮੈਂ ਹੋਰ ਭਾਸ਼ਾ ਨੂੰ ਸਿੱਖਣ ਵੱਲ ਨੂੰ ਵੀ ਪ੍ਰਮੋਟ ਕਰਦੀ ਹਾਂ ਕਿ ਸਾਨੂੰ ਹਿੰਦੀ ਆਉਣੀ ਚਾਹੀਦੀ ਹੈ, ਅੰਗਰੇਜ਼ੀ ਆਉਣੀ ਚਾਹੀਦੀ ਹੈ, ਵਿਦੇਸ਼ੀ ਭਾਸ਼ਾਵਾਂ ਵੀ ਆਉਣੀਆਂ ਚਾਹੀਦੀਆਂ ਹਨ, ਕਿਉਂਕਿ ਅਸੀਂ ਇੱਕ ਸੰਸਾਰਿਕ ਮੰਡੀ ਦੇ ਵਿੱਚ ਵੀ ਆਪਣੇ ਆਪ ਨੂੰ ਇੱਕ ਸਥਾਪਿਤ ਕਰਨਾ ਹੁੰਦਾ ਹੈ। ਬਟ ਸਭ ਤੋਂ ਪਹਿਲਾਂ ਸਾਨੂੰ ਆਪਣੀ ਮਾਤ ਭਾਸ਼ਾ ਚੰਗੀ ਤਰ੍ਹਾਂ ਲਿਖਣੀ, ਬੋਲਣੀ, ਪੜ੍ਹਨੀ ਜ਼ਰੂਰ ਹੀ ਆਉਣੀ ਚਾਹੀਦੀ ਹੈ, ਤਾਂ ਕਿ ਅਸੀਂ ਆਪਣੇ ਜਿਹੜੇ ਵਿਰਸੇ ਨੂੰ, ਆਪਣੀ ਭਾਸ਼ਾ ਨੂੰ, ਆਪਣੀ ਸੱਭਿਆਚਾਰ ਨੂੰ ਅਸੀਂ ਅੱਗੇ ਲੈ ਕੇ ਜਾ ਸਕੀਏ ਜੀ। ਬਹੁਤ ਹੀ ਵਧੀਆ ਸੋਚ ਹੈ। ਕਮਲਜੀਤ ਜੀ, ਮੈਂ ਆਪ ਜੀ ਕੋ ਪੁੱਛਣਾ ਚਾਹੂੰਗਾ ਕਿ ਆਪ ਜੀ ਨੇ ਜਦੋਂ ਬਚਪਨ ਦੇ ਵਿੱਚ ਮਾਤਾ ਪਿਤਾ ਜੀ ਉਹ ਤੁਹਾਨੂੰ ਕਿਸ ਤਰ੍ਹਾਂ ਸਪੋਰਟ ਕਰਦੇ ਸੀ ਪੜ੍ਹਾਈ ਵਿੱਚ, ਕਿਉਂਕਿ ਆਪਾਂ ਉਸ ਟਾਈਮ ਦੇ ਉੱਤੇ ਦੇਖਿਆ ਕਿ ਜ਼ਿਆਦਾਤਰ ਲੇਡੀਜ਼ ਨੂੰ ਜ਼ਿਆਦਾ ਪੜ੍ਹਾਇਆ ਨਹੀਂ ਸੀ ਜਾਂਦਾ। ਜਿਹੜਾ ਟਾਈਮ ਤੁਸੀਂ ਨਿਭਾਇਆ ਉਸ ਟਾਈਮ ਦੇ ਵਿੱਚ ਮੈਂ ਗੱਲ ਕਰ ਰਿਹਾ ਕਿ ਤੁਹਾਨੂੰ ਫੈਮਿਲੀ ਦਾ ਕਿਵੇਂ ਦਾ ਸਪੋਰਟ ਸੀ ਤੇ ਤੁਹਾਡੇ ਮਾਤਾ ਪਿਤਾ ਜੀ ਕਿਵੇਂ ਦਾ ਤੁਹਾਨੂੰ ਸਪੋਰਟ ਕਰਦੇ ਸੀ ਉਸ ਟਾਈਮ ਤੇ। ਹਾਂਜੀ ਹਰਜੋਤ ਜੀ, ਐਕਚੁਅਲੀ ਮੇਰੇ ਮਾਤਾ ਇੱਕ ਘਰੇਲੂ ਔਰਤ ਸੀ ਜੀ, ਬਟ ਉਹ ਬਹੁਤ ਹੀ ਸਿਆਣੀ ਔਰਤ ਸੀ। ਉਹਨਾਂ ਨੂੰ ਸਾਡੇ ਵਿਹਲੇ ਬੈਠਿਆਂ ਦਾ ਵੀ ਪਤਾ ਲੱਗ ਜਾਂਦਾ ਸੀਗਾ ਤੇ ਸਾਡੇ ਪੜ੍ਹਦਿਆਂ ਦਾ ਵੀ ਪਤਾ ਲੱਗ ਜਾਂਦਾ ਸੀ। ਤੇ ਮੇਰੇ ਪਿਤਾ ਜੀ ਮਿਲਟਰੀ ਦੇ ਵਿੱਚੋਂ ਸੂਬੇਦਾਰ ਰਿਟਾਇਰ ਹੋਏ ਨੇ। ਉਸ ਵੇਲੇ ਉਹ ਮਿਲਟਰੀ ਦੇ ਵਿੱਚ ਨੌਕਰੀ ਕਰਦੇ ਸੀ। ਉਹਨਾਂ ਨੇ ਸਾਨੂੰ ਹਮੇਸ਼ਾ ਹੀ ਸਪੋਰਟ ਕੀਤਾ, ਜਿਸ ਚੀਜ਼ ਦੇ ਲਈ ਵੀ ਕਰ ਸਕਦੇ ਸੀਗੇ।
ਉਹਨਾਂ ਨੇ ਹਮੇਸ਼ਾ, ਜੇ ਕਦੇ ਕਿਸੇ ਨੇ ਕਹਿ ਵੀ ਦੇਣਾ ਕਿ ਨਹੀਂ ਕੁੜੀ ਨੂੰ ਅੱਗੇ ਨਹੀਂ ਭੇਜਣਾ, ਪੜ੍ਹਨ ਭੇਜਣਾ, ਪਟਿਆਲੇ ਨਹੀਂ ਲਗਾਉਣਾ, ਹਨਾ, ਜੀ, ਤਾਂ ਉਹਨਾਂ ਨੇ ਕਦੇ ਕਿਸੇ ਦੀ ਨਹੀਂ ਸੁਣੀ ਹੈਗੀ। ਜੀ। ਹਾਲਾਂਕਿ ਬਹੁਤ ਕਈ ਵਾਰੀ ਮੇਰੇ ਤਾਏ ਚਾਚਿਆਂ ਨੇ ਕੋਸ਼ਿਸ਼ ਵੀ ਕੀਤੀ ਇਸ ਚੀਜ਼ ਦੀ ਕਿ ਉਹਨਾਂ ਦੇ ਬੱਚੇ ਬਹੁਤੇ ਨਹੀਂ ਪੜ੍ਹੇ, ਤਾਂ ਉਹਨਾਂ ਨੇ ਮੇਰੀ ਪੜ੍ਹਾਈ ਦੇ ਵਿੱਚ ਵੀ ਅੜਿੱਕਾ ਲਾਉਣ ਦੀ ਕੋਸ਼ਿਸ਼ ਕੀਤੀ। ਜੀ, ਪਰ ਮੇਰੇ ਪਿਤਾ ਜੀ ਨੇ ਕਦੇ ਵੀ, ਖਾਸ ਤੌਰ ਤੇ ਮੇਰੇ ਮਾਤਾ ਜੀ, ਉਹਨਾਂ ਨੇ ਕਦੇ ਵੀ ਇਸ ਚੀਜ਼ ਦੇ ਲਈ ਸਾਡਾ ਰਾਹ ਨਹੀਂ ਰੋਕਿਆ। ਉਹਨਾਂ ਨੂੰ ਇਹ ਸੀਗਾ ਕਿ ਨਹੀਂ, ਜੇਕਰ ਬੱਚਾ ਪੜ੍ਹਨ ਦਾ ਸ਼ੌਕੀਨ ਹੈ ਜੀ, ਤਾਂ ਜ਼ਰੂਰ ਉਹਨੂੰ ਪੜ੍ਹਨਾ ਚਾਹੀਦਾ ਹੈ। ਇੱਕ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਮੇਰੇ ਮਾਪਿਆਂ ਤੋਂ ਇਲਾਵਾ ਮੇਰੇ ਅਧਿਆਪਕਾਂ ਨੇ ਮੇਰਾ ਬਹੁਤ ਸਾਥ ਦਿੱਤਾ, ਜੀ, ਕਿਉਂਕਿ ਜ਼ਿਆਦਾ ਅਮੀਰ ਪਰਿਵਾਰ ਤੋਂ ਨਾ ਹੋਣ ਕਰਕੇ ਸਾਨੂੰ ਹਮੇਸ਼ਾ ਹੀ ਕਿਤਾਬਾਂ ਕਾਪੀਆਂ ਦੀ ਪ੍ਰੋਬਲਮ ਆਉਂਦੀ ਸੀ। ਤਾਂ ਮੇਰੇ ਅਧਿਆਪਕ ਹਮੇਸ਼ਾ ਹੀ, ਜੋ ਇੱਕ ਅਧਿਆਪਕ ਨੂੰ ਦੇ ਕੋਲ ਇੱਕ ਸਪੈਸੀਮੈਨ ਕਾਪੀ ਹੁੰਦੀ ਹੈ, ਜੀ। ਤਾਂ ਉਹ ਹਮੇਸ਼ਾ ਹੀ ਮੇਰੇ ਲਈ ਉਹ ਰੱਖਦੇ ਹੁੰਦੇ ਸੀਗੇ। ਜੋ ਵੀ ਚੀਜ਼ ਮੈਨੂੰ ਚਾਹੀਦੀ ਹੁੰਦੀ ਸੀਗੀ ਉਹ ਮੈਨੂੰ ਅਧਿਆਪਕਾਂ ਤੋਂ ਸਪੋਰਟ ਦੇ ਰੂਪ ਵਿੱਚ ਮਿਲ ਜਾਂਦੀ ਸੀ। ਜੀ, ਦੇਖਿਆ ਜਾਵੇ ਤੇ ਤੁਹਾਡੇ ਮਾਤਾ ਪਿਤਾ ਜੀ ਨੇ ਤੁਹਾਨੂੰ ਸਪੋਰਟ ਕੀਤਾ ਤੇ ਅਧਿਆਪਕਾਂ ਨੇ ਵੀ ਸਪੋਰਟ ਕੀਤਾ। ਜੀ ਜੀ ਜੀ। ਇਹ ਮੈਂ ਇੱਕ ਚੀਜ਼ ਦੱਸਣਾ ਚਾਹੂੰਗਾ, ਇੱਥੇ ਤੁਹਾਡੇ ਕੋਲ ਪੁੱਛਣਾ ਵੀ ਚਾਹੂੰਗਾ ਕਿ ਅਧਿਆਪਕ ਹਮੇਸ਼ਾ ਉਸ ਬੱਚੇ ਦੀ ਸਪੋਰਟ ਕਰਦਾ ਜਿਹੜਾ ਪੜ੍ਹਨ ਲਿਖਣ ਵਿੱਚ ਬਹੁਤ ਵਧੀਆ ਹੋਵੇ। ਜੀ ਜੀ, ਬਿਲਕੁਲ। ਸੋ ਮੈਨੂੰ ਇਹੀ ਚੀਜ਼ ਲੱਗ ਰਹੀ ਹੈ ਕਿ ਤੁਸੀਂ ਵੀ ਪੜ੍ਹਨ ਲਿਖਣ ਦੇ ਵਿੱਚ ਬਹੁਤ ਹੀ ਅੱਛੇ ਹੁੰਦੇ ਹੋਵੋਗੇ, ਤਾਂ ਹੀ ਤੁਹਾਨੂੰ ਹਰ ਇੱਕ ਅਧਿਆਪਕ ਸਪੋਰਟ ਕਰਦਾ ਸੀ। ਬਿਲਕੁਲ ਜੀ, ਬਿਲਕੁਲ। ਅਸਲ ਵਿੱਚ ਅਧਿਆਪਕ ਸਾਡੇ ਗੁਰੂ ਹੋਣ ਦੇ ਨਾਲ ਨਾਲ ਸਾਡੇ ਮਾਪਿਆਂ ਵਰਗਾ ਜਿਹੜਾ ਇੱਕ ਰੁਤਬਾ ਰੱਖਦੇ ਨੇ। ਜੀ, ਉਹਦਾ ਹਰ ਇੱਕ ਅਧਿਆਪਕ ਨੂੰ ਹੁੰਦਾ ਹੈ ਕਿ ਉਸਦਾ ਉਹ ਵਿਦਿਆਰਥੀ ਜ਼ਰੂਰ ਅੱਗੇ ਜਾਵੇ ਜਿਹੜਾ ਪੜ੍ਹਨ ਦੇ ਵਿੱਚ ਹੁਸ਼ਿਆਰ ਹੈ, ਜੀ। ਬੇਸ਼ੱਕ ਉਹਦੇ ਕੋਲ ਸਾਧਨਾਂ ਦੀ ਕਮੀ ਹੈ। ਜੀ, ਇੱਕ ਚੰਗਾ ਅਧਿਆਪਕ ਉਹੀ ਹੁੰਦਾ ਹੈ ਜਿਹੜਾ ਆਪਣੇ ਵਿਦਿਆਰਥੀ ਨੂੰ ਅੱਗੇ ਪ੍ਰਮੋਟ ਕਰੇ, ਇਸ ਤਰ੍ਹਾਂ ਪ੍ਰਮੋਟ ਕਰੇ ਜਿਵੇਂ ਕਿ ਉਹ ਆਪਣੇ ਖੁਦ ਦੇ ਬੱਚੇ ਨੂੰ ਪ੍ਰਮੋਟ ਕਰਦਾ ਹੈ। ਜੀ, ਬਿਲਕੁਲ। ਮੇਰੀ ਬਹੁਤ ਖੁਸ਼ਨਸੀਬੀ ਹੈ ਕਿ ਮੇਰੇ ਅਧਿਆਪਕ ਸ਼ੁਰੂ ਤੋਂ ਹੀ ਮੈਨੂੰ ਪ੍ਰਮੋਟ ਕਰਦੇ ਸੀਗੇ। ਈਵਨ ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਉਹ ਮੇਰੀਆਂ ਗੱਲਾਂ ਕਰਦੇ ਹੁੰਦੇ ਸੀ। ਜੀ, ਦੂਜੇ ਬੱਚਿਆਂ ਨੂੰ ਬੁਲਾ ਕੇ ਪੁੱਛਣਾ ਕਿ ਕਮਲਜੀਤ ਨੂੰ ਕਿਸੇ ਚੀਜ਼ ਦੀ ਕੋਈ ਕਮੀ ਤਾਂ ਨਹੀਂ, ਉਹਨੂੰ ਕੁਝ ਚਾਹੀਦਾ ਹੈ ਤਾਂ ਸਾਨੂੰ ਦੱਸੋ, ਕਿਉਂਕਿ ਉਹ ਸ਼ਰਮਾਉਂਦੀ ਹੈ, ਉਹਨੇ ਕੁਝ ਮੰਗਣਾ ਨਹੀਂ ਹੈਗਾ। ਜੀ, ਮੇਰੇ ਕਲਾਸਮੇਟਸ ਨੇ ਜਾ ਕੇ ਦੱਸਣਾ ਹੈ ਕਿ ਨਹੀਂ ਉਹਦੇ ਕੋਲ ਕਾਪੀ ਨਹੀਂ ਹੈਗੀ, ਮੈਡਮ ਉਹਦੇ ਕੋਲ ਵਰਦੀ ਨਹੀਂ ਹੈਗੀ, ਮੈਡਮ ਉਹਨੂੰ ਬੂਟ ਦਵਾ ਦਿਓ, ਹਨਾ। ਜੀ, ਤਾਂ ਟੀਚਰਸ ਨੇ ਹਰ ਇੱਕ ਸਿਚੁਏਸ਼ਨ ਦੇ ਉੱਪਰ ਮੇਰਾ ਸਾਥ ਦਿੱਤਾ ਹਮੇਸ਼ਾ। ਜੀ, ਤੇ ਮੇਰਾ ਵੀ ਇਹ ਰਿਕਾਰਡ ਰਿਹਾ ਕਿ ਜਮਾਤ 9ਵੀਂ 10ਵੀਂ 11ਵੀਂ 12ਵੀਂ ਮੈਂ ਹਮੇਸ਼ਾ ਹੀ ਫਸਟ ਆਉਂਦੀ ਸੀ। ਵੈਰੀ ਗੁੱਡ। ਤੇ ਸਾਰਾ ਕੁਝ ਮੇਰੇ ਅਧਿਆਪਕਾਂ ਦੇ ਮੋਟੀਵੇਸ਼ਨ ਦੇ ਸਦਕਾ ਹੀ ਸੰਭਵ ਹੋ ਸਕੇ। ਇਹ ਤੇ ਤੁਹਾਡਾ ਸਫ਼ਰ ਜਿਹੜਾ ਪੜ੍ਹਾਈ ਦਾ, ਤੁਸੀਂ ਜਿਵੇਂ ਦੱਸਿਆ ਸਟਰਗਲਿੰਗ ਵੀ ਸੀਗਾ, ਤੇ ਜਿਵੇਂ ਤੁਸੀਂ ਦੱਸਿਆ ਅਵਲ ਵੀ ਆਉਂਦੇ ਰਹੇ ਜੀ। ਸਕੂਲ ਟਾਈਮ ਦੇ ਵਿੱਚ। ਜੀ, ਉਸ ਤੋਂ ਬਾਅਦ ਤੁਸੀਂ ਦੱਸਿਆ ਕਿ 2004 ਦੇ ਵਿੱਚ ਤੁਹਾਡੀ ਜਿਹੜੀ ਮੈਰਿਜ ਹੋ ਗਈ, ਹਾਂਜੀ। ਤੇ ਮੈਰਿਜ ਤੋਂ ਪਹਿਲਾਂ ਤੁਸੀਂ ਜੌਬ ਕਰਦੇ ਸੀ ਜਾਂ ਮੈਰਿਜ ਤੋਂ ਬਾਅਦ ਤੁਸੀਂ ਅਪਲਾਈ ਕੀਤੀ ਜੌਬ, ਇਸ ਬਾਰੇ? ਹਾਂ, ਜੀ ਜੀ, ਬਿਲਕੁਲ ਬਿਲਕੁਲ। ਨਹੀਂ, ਮੈਰਿਜ ਤੋਂ ਪਹਿਲਾਂ ਮੈਂ ਅਸਲ ਵਿੱਚ ਨੌਕਰੀ ਨਹੀਂ ਸੀ ਕਰਦੀ। 2004 ਦੇ ਵਿੱਚ ਮੇਰੀ ਮੈਰਿਜ ਹੋਈ ਤੇ ਉਦੋਂ ਤੱਕ ਮੇਰੇ ਕੋਲ ਕੋਈ ਪ੍ਰੋਫੈਸ਼ਨਲ ਡਿਗਰੀ ਨਹੀਂ ਸੀ। ਜੀ, ਤਾਂ ਮੈਰਿਜ ਤੋਂ ਬਾਅਦ ਮੇਰੇ ਹਸਬੈਂਡ ਨੇ ਮੈਨੂੰ ਇਸ ਚੀਜ਼ ਦੇ ਲਈ ਪ੍ਰਮੋਟ ਕੀਤਾ ਕਿ ਬਾਕੀ ਸਾਰਾ ਕੁਝ ਬਾਅਦ ਵਿੱਚ ਕੀਤਾ ਜਾ ਸਕਦਾ, ਪਰੰਤੂ ਤੁਸੀਂ ਕਿਸੇ ਜੌਬ ਦੇ ਲਈ ਆਪਣੀ ਕੁਆਲੀਫਿਕੇਸ਼ਨ ਨੂੰ ਡਿਵੈਲਪ ਕਰੋ। ਤਾਂ ਮੇਰੇ ਹਸਬੈਂਡ ਸਰਦਾਰ ਹਰਦੇਵ ਸਿੰਘ ਜੀ ਦੀ ਬਦੌਲਤ ਮੈਂ ਗਵਰਨਮੈਂਟ ਕਾਲਜ ਆਫ ਐਜੂਕੇਸ਼ਨ ਮਲੇਰਕੋਟਲਾ ਤੋਂ B.Ed ਪ੍ਰੋਫੈਸ਼ਨਲ ਕੋਰਸ ਵਜੋਂ ਇੱਕ ਡਿਗਰੀ ਦੇ ਤੌਰ ਤੇ ਪਾਸ ਕੀਤੀ। ਜੀ, ਉਸ ਤੋਂ ਬਾਅਦ ਮੈਂ ਸਿਰਫ ਇੱਕ ਸਾਲ ਅਸ਼ੋਕਾ ਬॉयਜ਼ ਸੀਨੀਅਰ ਸੈਕੰਡਰੀ ਸਕੂਲ ਸਰਹੰਦ ਮੰਡੀ ਦੇ ਵਿੱਚ 1 ਸਾਲ ਲਗਾਇਆ, ਇੱਕ ਏਡਡ ਸਕੂਲ ਦੇ ਵਿੱਚ ਪ੍ਰਾਈਵੇਟ ਟੀਚਰ ਦੇ ਤੌਰ ਤੇ। ਜੀ, ਉੱਥੇ ਜੌਬ ਕਰਦਿਆਂ ਹੀ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਇੱਕ ਸਮਾਜਿਕ ਸਿੱਖਿਆ ਦੇ ਅਧਿਆਪਕ ਵਜੋਂ, ਤੇ ਮੈਂ ਸਰਕਾਰੀ ਮਿਡਲ ਸਕੂਲ ਤਲਵਾੜਾ ਦੇ ਵਿੱਚ ਆਪਣੀ ਨੌਕਰੀ ਦਾ ਜਿਹੜਾ ਸਫ਼ਰ ਹੈਗਾ ਉਹ ਆਰੰਭ ਕੀਤਾ। ਜਿਹੜੀ ਨੌਕਰੀ ਤੁਸੀਂ ਇਨਕਮ ਵਾਸਤੇ ਨੌਕਰੀ ਕੀਤੀ ਸੀ ਜਾਂ ਤੁਹਾਡਾ ਪੈਸ਼ਨ ਸੀਗਾ ਕਿ ਮੈਂ ਪੜ੍ਹਾਵਾਂ ਬੱਚਿਆਂ ਨੂੰ, ਜਿਹੜੀ ਸਿੱਖਿਆ ਮੈਨੂੰ ਮਿਲੀ ਹੈ ਮੈਂ ਵੀ ਅੱਗੇ ਵੰਡਾਂ? ਹਾਂਜੀ, ਅਸਲ ਵਿੱਚ ਹਰ ਇੱਕ ਵਿਦਿਆਰਥੀ ਜੋ ਵੀ ਹੈ ਉਹਦੇ ਪੜ੍ਹਾਈ ਲਿਖਾਈ ਦਾ ਇੱਕ ਜਿਹੜਾ ਮੋਟਿਵ ਹੈਗਾ, ਜੀ, ਉਹ ਚਲੋ ਸਮਾਜ ਸੇਵਾ ਤਾਂ ਹਰ ਇੱਕ ਦੇ ਮਨ ਵਿੱਚ ਹੁੰਦੀ ਹੋਈ ਹੈ ਕਿ ਅਸੀਂ ਜੇ ਆਪ ਪੜ੍ਹੇ ਹਾਂ ਤਾਂ ਡੈਫੀਨੇਟਲੀ ਸਮਾਜ ਲਈ, ਬੱਚਿਆਂ ਲਈ ਅਸੀਂ ਕੁਝ ਕਰੀਏ, ਹੈ ਨਾ। ਜੀ, ਬਾਕੀ ਮੇਰਾ ਆਪਣਾ ਵੀ ਸੁਪਨਾ ਸੀਗਾ ਕਿ ਮੈਂ ਇੱਕ ਅਧਿਆਪਕ ਬਣਾ। ਜੀ, ਤਾਂ ਉਸੇ ਦਿਸ਼ਾ ਵੱਲ ਚੱਲਦੇ ਚੱਲਦੇ ਨੌਕਰੀ ਮਿਲੀ ਤੇ ਅੱਜ ਉਸ ਦੇ ਵਿੱਚ ਸੇਵਾਵਾਂ ਨਿਭਾ ਰਹੀ ਹਾਂ। ਜੀ, ਇਹ ਤੁਹਾਡਾ ਨੌਕਰੀ ਦਾ ਸਫ਼ਰ ਜਿਹੜਾ ਹੁਣ ਤੱਕ ਜਿਹੜਾ ਚੱਲ ਰਿਹਾ, ਸੇਵਾਵਾਂ ਤੁਸੀਂ ਪੰਜਾਬੀ ਭਾਸ਼ਾ ਨੂੰ ਲੈ ਕੇ ਦੇ ਰਹੇ ਹੋ ਸਾਰੀ, ਜੀ ਜੀ ਹੈ ਨਾ। ਸੋ ਕਮਲਜੀਤ ਜੀ, ਜਿਵੇਂ ਕਿ ਇਹ ਤੁਹਾਡਾ ਸਫ਼ਰ ਸੀਗਾ ਪੜ੍ਹਾਈ ਦਾ, ਸਾਹਿਤਕ ਕਲਾ ਦੇ ਨਾਲ ਕਿਵੇਂ ਜੁੜਨਾ ਹੋਇਆ ਤੁਹਾਡਾ ਫਿਰ? ਹਾਂਜੀ, ਅਸਲ ਵਿੱਚ ਕਵਿਤਾ, ਕਹਾਣੀ, ਨਾਵਲ, ਨਾਟਕ, ਇਹ ਤਾਂ ਜਿਹੜਾ ਸ਼ੌਂਕ ਸੀਗਾ, ਇਹ ਪੜ੍ਹਨ ਦਾ ਸ਼ੌਂਕ ਮੈਨੂੰ ਕਾਫੀ ਸਮੇਂ ਤੋਂ ਸੀਗਾ। ਜੀ, ਜਦੋਂ ਮੈਂ ਸਟੂਡੈਂਟ ਹੁੰਦੀ ਸੀਗੀ ਉਸ ਵੇਲੇ ਵੀ
ਪੂਰੀ ਦੀ ਪੂਰੀ ਕਿਤਾਬ ਮੈਂ ਆਪ ਹੀ ਪੜ੍ਹ ਲੈਂਦੀ ਸੀਗੀ ਅਧਿਆਪਕ ਦੇ ਪੜ੍ਹਾਉਣ ਤੋਂ ਪਹਿਲਾਂ। ਤਾਂ ਉਸ ਤਰ੍ਹਾਂ ਮੇਰਾ ਜਿਹੜਾ ਇੱਕ ਰੁਝਾਨ ਸੀ ਬਣਿਆ। ਉਸ ਤੋਂ ਬਾਅਦ ਜਦੋਂ ਮੈਂ MA ਪੰਜਾਬੀ ਦੀ ਸ਼ੁਰੂਆਤ ਕੀਤੀ, ਉਸ ਸਮੇਂ ਸੁਰਜੀਤ ਪਾਤਰ ਜੀ ਦਾ ਕਾਵ ਸੰਗ੍ਰਹਿ ਬਿਰਖ ਅਰਜ ਕਰੇ ਅਤੇ ਅੰਮ੍ਰਿਤਾ ਪ੍ਰੀਤਮ ਜੀ ਦਾ ਸੁਨੇਹੜੇ ਕਾਵ ਸੰਗ੍ਰਹਿ ਮੈਂ ਪੜ੍ਹਿਆ। ਉਸ ਨਾਲ ਮੈਨੂੰ ਇੱਕ ਕਵਿਤਾ ਦੇ ਨਾਲ ਮੇਰੀ ਇੱਕ ਚੇਟਕ ਲੱਗੀ ਜੀ। ਆਫਟਰ ਮੈਰਿਜ ਫਿਰ ਮੈਂ ਥੋੜੀ ਰਚਨਾ ਕਰਨੀ ਸ਼ੁਰੂ ਕੀਤੀ। ਕਦੇ ਡਾਇਰੀ ਤੇ ਕੁਝ ਲਿਖ ਲੈਣਾ, ਕਦੇ ਕਿਤੇ ਕੁਝ ਲਿਖਿਆ। ਉਹ ਸਾਰਾ ਕੁਝ ਲਿਖਿਆ ਹੋਇਆ ਮੇਰੇ ਕੋਲ ਇੱਕ ਦਸਤਾਵੇਜ਼ ਦੇ ਵਜੋਂ ਸਾਂਭਿਆ ਰਿਹਾ ਕਾਫੀ ਸਮੇਂ ਤੱਕ। ਤੇ ਹੌਲੀ ਬਸ ਇਸ ਚੀਜ਼ ਵੱਲ ਦਿਲਚਸਪੀ ਵੱਧਦੀ ਗਈ। ਹੌਲੀ ਕਾਗਜ਼ਾਂ ਨਾਲ ਜੋ ਇੱਕ ਗੱਲਬਾਤ ਸੀ ਉਹਦਾ ਇੱਕ ਮੁੱਢ ਬਣਦਾ ਗਿਆ। ਇਹ ਜੋ ਤੁਸੀਂ ਲਿਖਦੇ ਸੀਗੇ, ਇਹ ਤੁਹਾਡੇ ਮਨ ਦੇ ਵਲਵਲੇ ਸੀ ਜਾਂ ਜੋ ਤੁਹਾਡੇ ਨਾਲ ਬੀਤੀ ਜਾਂ ਬੀਤ ਰਹੀ ਸੀ ਉਹਦੇ ਅਕੋਰਡਿੰਗ ਤੁਸੀਂ ਲਿਖ ਰਹੇ ਸੀ? ਇਸ ਬਾਰੇ ਵੀ ਤੁਸੀਂ ਥੋੜਾ ਜਿਹਾ ਜਾਣਕਾਰੀ ਦਿਓ। ਹਾਂਜੀ ਬਿਲਕੁਲ ਹਰਜੋਤ ਜੀ, ਅਸਲ ਵਿੱਚ ਮਨ ਦੇ ਵਲਵਲਿਆਂ ਤੋਂ ਹੀ ਗੱਲ ਸ਼ੁਰੂ ਹੁੰਦੀ ਹੈ। ਸਭ ਤੋਂ ਪਹਿਲਾਂ ਮਨੁੱਖ, ਜਦੋਂ ਆਪਾਂ ਕਵਿਤਾ ਦੀ ਗੱਲ ਕਰਦੇ ਹਾਂ, ਸਾਹਿਤ ਰਚਨਾ ਦੀ ਗੱਲ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਮਨੁੱਖ ਆਪਣੀ ਪੀੜ ਦੀ ਗੱਲ ਕਰਦਾ ਹੈ। ਜੀ ਬਿਲਕੁਲ। ਜਿਹੜਾ ਆਪਣੀ ਪੀੜ ਨੂੰ ਆਪਾਂ ਲਿਖਦੇ ਜਿਹੜੀ ਪਰ ਪੀੜ ਤੱਕ ਪਹੁੰਚਦੇ ਹਾਂ। ਜੀ ਬਿਲਕੁਲ। ਇਹ ਸਫ਼ਰ ਜਿਹੜਾ ਹੈਗਾ ਇਸ ਤਰ੍ਹਾਂ ਹੀ ਸ਼ੁਰੂ ਹੁੰਦਾ ਹੈ। ਤਾਂ ਮੈਂ ਡੈਫੀਨੇਟਲੀ ਜੋ ਮੈਂ ਮਹਿਸੂਸ ਕੀਤਾ ਜ਼ਿੰਦਗੀ ਦੇ ਵਿੱਚ ਇੱਕ ਟਾਈਮ ਤੇ ਆ ਕੇ, ਜੋ ਕੁਛ ਮੈਨੂੰ ਆਪਣੇ ਆਪ ਇਕੱਲਤਾ ਮਹਿਸੂਸ ਕੀਤੀ, ਜੋ ਸਮਾਜ ਵਿੱਚ ਦੇਖਿਆ, ਜੋ ਕੁਝ ਵੀ ਮਹਿਸੂਸ ਕੀਤਾ, ਹੌਲੀ ਜਦੋਂ ਮੈਂ ਕਾਗਜ਼ਾਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ, ਜੋ ਮੈਂ ਆਪਣੇ ਆਪ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ, ਤਾਂ ਉਹ ਕਵਿਤਾ ਦੇ ਰੂਪ ਵਿੱਚ ਸਾਹਮਣੇ ਆਈ। ਅਸਲ ਵਿੱਚ ਕਵਿਤਾ ਉਹੀ ਹੈ ਜੋ ਮਨੁੱਖ ਆਪਣੇ ਆਪ ਨਾਲ ਗੱਲਬਾਤ ਕਰਦਾ ਹੈ। ਕਵਿਤਾ ਦਾ ਮਤਲਬ ਇਹੀ ਹੈ ਕਿ ਤੁਸੀਂ ਆਪਣੇ ਆਪ ਨਾਲ ਜੋ ਬਾਤ ਪਾਉਂਦੇ ਹੋ, ਉਹੀ ਕਵਿਤਾ ਹੈ। ਜੀ ਤਾਂ ਬਹੁਤ ਕੁਝ ਹੈ ਜੋ ਆਪਣੇ ਆਪ ਤੋਂ ਪ੍ਰੇਰਿਤ ਹੋ ਕੇ ਲਿਖਿਆ, ਬਹੁਤ ਕੁਝ ਹੈ ਜੋ ਲੋਕਾਂ ਤੋਂ ਪ੍ਰੇਰਿਤ ਹੋ ਕੇ ਲਿਖਿਆ। ਸਭ ਕੁਝ ਜਿਹੜਾ ਹੈ ਉਹ ਨਾਲ ਦੀ ਨਾਲ ਚੱਲਦਾ ਰਿਹਾ। ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ, ਹੈ ਨਾ, ਜਿਵੇਂ ਮੈਂ ਇੱਕ ਅਧਿਆਪਕ ਹਾਂ, ਤਾਂ ਜੋ ਮੈਂ ਸਕੂਲ ਦੇ ਵਿੱਚ ਕੁਛ ਮੈਨੂੰ ਲੱਗਿਆ ਕਿ ਮੈਂ, ਜਿਸ ਤਰ੍ਹਾਂ ਹਰ ਇੱਕ ਬੰਦਾ ਸੋਚ ਲੈਂਦਾ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਮਾਹੌਲ ਜ਼ਿਆਦਾ ਵਧੀਆ, ਪ੍ਰਾਈਵੇਟ ਸਕੂਲ ਦੇ ਵਿੱਚ ਹੀ ਜਿਹੜੇ ਵਿਦਿਆਰਥੀ ਨੇ ਉਹ ਪੜ੍ਹ ਕੇ ਨੌਕਰੀ ਲੱਗ ਸਕਦੇ ਨੇ, ਹੈ ਨਾ। ਉਸ ਦੇ ਉੱਪਰ ਵੀ ਮੈਂ ਇੱਕ ਸਪੈਸ਼ਲ ਕਵਿਤਾ ਲਿਖੀ ਸੀਗੀ ਕਿ ਅਧਿਆਪਕ ਨੂੰ ਕੀ ਕਰਨਾ ਚਾਹੀਦਾ, ਉਹ ਕਿਹੋ ਜਿਹਾ ਹੋਣਾ ਚਾਹੀਦਾ। ਉਹਦੇ ਉੱਪਰ ਵੀ ਇੱਕ ਮੈਂ ਕਵਿਤਾ ਲਿਖੀ ਸੀਗੀ, ਜੇਕਰ ਤੁਸੀਂ ਅਧਿਆਪਕ ਹੋ ਤਾਂ। ਤੇ ਉਹ ਬਿਲਕੁਲ ਬਹੁਤ ਸਾਰੀ ਚੀਜ਼ਾਂ ਐਸੀਆਂ ਨੇ ਜਿਹੜੀਆਂ ਸੱਚ ਤੋਂ ਪ੍ਰੇਰਿਤ ਹੋ ਕੇ ਲਿਖੀਆਂ ਨੇ। ਬੱਚਿਆਂ ਦਾ ਜੋ ਹਾਲਾਤ ਮੈਂ ਸਰਕਾਰੀ ਸਕੂਲਾਂ ਦੇ ਵਿੱਚ ਦੇਖਿਆ ਕਿ ਇੱਕ ਹਾਸ਼ੀਏ ਦੇ ਉੱਤੋਂ ਜਿਹੜੇ ਧੱਕੇ ਹੋਏ ਲੋਕ ਨੇ, ਜਿਨ੍ਹਾਂ ਦੇ ਇੱਕ ਐਸਾ ਬੱਚਾ ਜਿਹਦੀ ਮਦਰ ਸਵੇਰੇ ਹੀ ਉਹਨੂੰ ਇਕੱਲੇ ਨੂੰ ਛੱਡ ਕੇ ਸਕੂਲ ਦੇ ਗੇਟ ਦੇ ਅੰਦਰ ਟਪਾ ਕੇ ਉਸਨੂੰ ਦਿਹਾੜੀ ਦੇ ਉੱਪਰ ਚਲੀ ਜਾਂਦੀ ਹੈ। ਐਸੇ ਬੱਚਿਆਂ ਦਾ ਜਿਹੜੇ ਸਮਾਜ ਦੇ ਵਿੱਚ, ਸਾਨੂੰ ਇਸ ਤਰ੍ਹਾਂ ਦੇ ਬੱਚਿਆਂ ਨਾਲ ਜਦੋਂ ਸਾਡਾ ਮੇਲ ਹੋਇਆ ਸਾਨੂੰ, ਤਾਂ ਉੱਥੋਂ ਉਸ ਕਵਿਤਾ ਨੇ ਜਨਮ ਲਿਆ, ਹੈ ਨਾ। ਉਸ ਦੇ ਵਿੱਚ ਗੱਲ ਕੀਤੀ ਹੋਈ ਹੈ ਅਧਿਆਪਕ ਦੀ, ਹੈ ਨਾ। ਤੁਹਾਨੂੰ ਕਵਿਤਾ ਦੀਆਂ ਮੈਂ 4 ਲਾਈਨਾਂ ਸੁਣਾਉਣਾ ਚਾਹਾਂਗੀ। ਜੀ ਜ਼ਰੂਰ। ਕਹਿੰਦੇ ਕਿ ਜੇਕਰ ਤੁਸੀਂ ਅਧਿਆਪਕ ਹੋ ਤਾਂ, ਜੇਕਰ ਤੁਸੀਂ ਅਧਿਆਪਕ ਹੋ ਤਾਂ ਸੁੱਚੇ ਪਾਣੀ ਦਾ ਛਿੱਟਾ ਦੇ ਕੇ ਆਪਣੇ ਆਪ ਨੂੰ ਇਸ ਭਰਮ ਤੋਂ ਮੁਕਤ ਕਰ ਲਵੋ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦਾ ਮੈਂਟਲ ਲੈਵਲ ਅਮੀਰਾਂ ਤੋਂ ਘੱਟ ਹੁੰਦਾ ਹੈ। ਕਦੇ ਗੌਰ ਨਾਲ ਦੇਖਿਓ ਅਣਗਿਣਤ ਲਿਸ਼ਕਦੇ ਹੋਏ ਹੀਰਿਆਂ ਦੀ ਚਮਕ ਤੁਹਾਡੀਆਂ ਅੱਖਾਂ ਨੂੰ ਚੁੰਧਿਆ ਦੇਵੇ। ਜੀ ਬਿਲਕੁਲ, ਬਹੁਤ ਵਧੀਆ ਰਚਨਾਵਾਂ। ਮੈਂ ਕੁਝ ਰਚਨਾਵਾਂ ਤੁਹਾਡੀ ਬੁੱਕ ਦੇ ਵਿੱਚ ਪੜ੍ਹੀਆਂ ਵੀ ਨੇ, ਜਿਹੜੀਆਂ ਕਿ ਸਿੱਧੀਆਂ ਸਮਝ ਵੀ ਆਉਂਦੀਆਂ ਤੇ ਸਿੱਧੀਆਂ ਦਿਲ ਤੱਕ ਜਾਂਦੀਆਂ, ਗਹਿਰਾਈਆਂ ਤੱਕ ਜਾਂਦੀਆਂ। ਸੋ ਇਹ ਮੈਨੂੰ ਲੱਗਦਾ ਕਿ ਬਹੁਤ ਹੀ ਵੱਡੀ ਸੋਚ ਦੇ ਨਾਲ ਹੀ ਲਿਖੀਆਂ ਜਾ ਸਕਦੀਆਂ। ਸੋ ਦੂਸਰੀ ਚੀਜ਼, ਤੁਹਾਡੀ ਬੁੱਕ ਦੇ ਵਿੱਚ ਇੱਕ ਮੈਂ ਬਹੁਤ ਹੀ ਵਧੀਆ ਚੀਜ਼ ਦੇਖੀ ਕਿ ਜਿਹੜੇ ਵਰਡ ਲਿਖੇ ਨੇ ਪੰਜਾਬੀ ਦੇ, ਬਹੁਤ ਹੀ ਸੌਖੀ ਪੰਜਾਬੀ ਜਿਹੜੀ ਕਿ ਹਰ ਇੱਕ ਪਰਸਨ ਨੂੰ ਸਮਝ ਆ ਜਾਂਦੀ ਹੈ। ਸੋ ਤੁਸੀਂ ਜੇ ਹੋਰ ਇੱਕ ਕਵਿਤਾ ਇਹਦੇ ਵਿੱਚ ਆਪਣੀ ਕੋਈ ਤੁਹਾਡੀ ਫੇਵਰੇਟ ਮਨਪਸੰਦੀ ਕਵਿਤਾ ਸਾਡੇ ਦਰਸ਼ਕਾਂ ਤੱਕ ਜੇ ਸੁਣਾਉਣਾ ਚਾਹੋ ਤੇ ਜ਼ਰੂਰ ਤੁਸੀਂ ਸੁਣਾਓ। ਹਾਂਜੀ, ਮੈਂ ਤੁਹਾਨੂੰ ਪੰਜਾਬੀ ਭਾਸ਼ਾ ਦੇ ਉੱਪਰ ਇੱਕ ਕਵਿਤਾ ਲਿਖੀ ਸੀਗੀ ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗੀ। ਪੰਜਾਬੀ, ਜਿਵੇਂ ਤੁਸੀਂ ਪੰਜਾਬੀ ਮਾਂ ਬੋਲੀ ਦੇ ਮੋਹ ਦੀ ਗੱਲ ਕੀਤੀ ਹੈ, ਹੈ ਨਾ। ਮੈਂ ਪੰਜਾਬੀ, ਮੇਰਾ ਦਿਲ ਪੰਜਾਬੀ ਜੀ, ਤੇ ਮੈਂ ਖੈਰ ਪੰਜਾਬੀ ਦੀ ਮੰਗਦੀ ਹਾਂ। ਬੋਲ ਲੈਂਦੀ ਹਾਂ ਭਾਵੇਂ ਅੰਗਰੇਜ਼ੀ ਤੇ ਹਿੰਦੀ ਵੀ, ਪਰ ਪੰਜਾਬੀ ਬੋਲਣੋਂ ਰਤਾ ਨਾ ਸੰਗਦੀ ਹਾਂ। ਮੇਰੇ ਗੀਤਾਂ ਦੀ ਰਾਣੀ ਮੇਰੀ ਮਾਂ ਬੋਲੀ, ਮੇਰੇ ਗੀਤਾਂ ਦੀ ਰਾਣੀ ਮੇਰੀ ਮਾਂ ਬੋਲੀ, ਤੇ ਮੈਂ ਬਸ ਰੰਗੀ ਉਹਦੇ ਹੀ ਰੰਗਦੀ ਹਾਂ। ਥੈਂਕ ਯੂ। ਬਹੁਤ ਵਧੀਆ। ਇਹ ਤੁਹਾਡਾ ਜਿਹੜਾ ਸਫ਼ਰ ਸੀਗਾ
ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹੂੰਗਾ ਕਿ ਤੁਸੀਂ ਅਧਿਆਪਕ ਦੇ ਤੌਰ ਤੇ ਕਿਹੜੇ ਸੰਨ ਤੋਂ ਇਹ ਸੇਵਾਵਾਂ ਦੇ ਰਹੇ ਹੋ? ਅਸਲ ਵਿੱਚ ਮੈਂ ਅਗਸਤ 2009 ਦੇ ਵਿੱਚ ਆਪਣੀ ਨੌਕਰੀ ਦਾ ਸਫ਼ਰ ਸਰਕਾਰੀ ਮਿਡਲ ਸਕੂਲ ਤਲਵਾੜਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਕੀਤਾ। ਜੀ। ਇੱਕ ਐਸਐਸ ਮਿਸਟਰਸ ਵਜੋਂ ਜੀ। ਬਹੁਤ ਉੱਥੇ ਸੇਵਾ ਕੀਤੀ, ਲੋਕਾਂ ਦੇ ਸਹਿਯੋਗ ਦੇ ਨਾਲ ਬਹੁਤ ਉੱਥੇ ਵਿਕਾਸ ਕੀਤਾ, ਬਹੁਤ ਲੋਕਾਂ ਦਾ ਸਹਿਯੋਗ ਰਿਹਾ ਬੱਚਿਆਂ ਜੀ। ਬੱਚਿਆਂ ਨਾਲ ਅੱਜ ਵੀ ਮੇਰਾ ਉੱਥੇ ਬਹੁਤ ਜ਼ਿਆਦਾ ਮੋਹ ਹੈ। ਉਸ ਤੋਂ ਬਾਅਦ 2019 ਦੇ ਵਿੱਚ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਜੀ ਦੀ ਕੋਸ਼ਿਸ਼ਾਂ ਦੇ ਨਾਲ, ਸਿੱਖਿਆ ਸਕੱਤਰ ਜੀ ਦੀ ਕੋਸ਼ਿਸ਼ਾਂ ਦੇ ਨਾਲ ਤਾਂ ਵਿਭਾਗ ਦੇ ਵਿੱਚ ਸਿੱਧੀ ਭਰਤੀ ਦੇ ਰਾਹੀਂ PPSC ਦੇ ਥਰੂ ਐਜ਼ ਅ ਪ੍ਰਿੰਸੀਪਲ ਮੇਰੀ ਸਿਲੈਕਸ਼ਨ ਹੋਈ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਘੇਲਾ ਦੇ ਵਿੱਚ ਮੈਂ ਬਤੌਰ ਪ੍ਰਿੰਸੀਪਲ ਜੁਆਇਨ ਕੀਤਾ। ਜੀ। ਤੇ ਉਸ ਤੋਂ ਬਾਅਦ ਇੱਥੇ ਕਾਫੀ ਕੰਮ ਕਰਵਾਉਣ ਤੋਂ ਬਾਅਦ ਅਗਸਤ 2020 ਦੇ ਵਿੱਚ ਫਿਰ ਮੇਰੀ ਬਦਲੀ ਸੀ ਜਿਹੜੀ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਜਰੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਹੋ ਗਈ। ਜੀ। ਅੱਜ ਕੱਲ੍ਹ ਮੈਂ ਦੋਹਾਂ ਸਕੂਲਾਂ ਦੇ ਵਿੱਚ ਬਤੌਰ ਪ੍ਰਿੰਸੀਪਲ ਕੰਮ ਕਰ ਰਹੀ ਹਾਂ। 3 ਦਿਨ ਉਸ ਸਕੂਲ ਵਿੱਚ ਹੁੰਦੀ ਹਾਂ ਤੇ 3 ਦਿਨ ਇਸ ਸਕੂਲ ਵਿੱਚ। ਜੀ। ਅਤੇ ਮੈਂ ਦੋਹਾਂ ਸਕੂਲਾਂ ਦੇ ਪ੍ਰਤੀ ਪੂਰੀ ਤਰ੍ਹਾਂ, ਦੋਨਾਂ ਸਕੂਲ ਦੇ ਬੱਚਿਆਂ ਦੇ ਪ੍ਰਤੀ, ਇਨਫਰਾਸਟ੍ਰਕਚਰ ਦੇ ਪ੍ਰਤੀ, ਅਧਿਆਪਕਾਂ ਪ੍ਰਤੀ, ਜ਼ਰੂਰਤਾਂ ਪ੍ਰਤੀ ਮੈਂ ਪੂਰੀ ਤਰ੍ਹਾਂ ਵਚਨਬੱਧ ਹਾਂ। ਜਦੋਂ ਤੁਸੀਂ 2019 'ਚ ਜਿਵੇਂ ਤੁਸੀਂ ਦੱਸਿਆ ਕਿ ਜੁਆਇਨ ਕੀਤਾ, ਉਸ ਟਾਈਮ ਤੇ ਸਕੂਲ ਦਾ ਮਾਹੌਲ ਕੀ ਸੀਗਾ, ਬੱਚਿਆਂ ਦਾ ਕੀ ਮਾਹੌਲ ਸੀ ਤੇ ਕੀ ਸਾਂਭ ਸੰਭਾਲ ਸੀ ਸਕੂਲ ਦੀ, ਤੇ ਤੁਹਾਡੇ ਆਉਣ ਤੋਂ ਬਾਅਦ ਕੀ ਤਬਦੀਲੀਆਂ ਆਈਆਂ, ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਹਾਂਜੀ ਹਰਜੋਤ ਜੀ, ਅਸਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਘੇਲਾ ਦੀ ਜੇਕਰ ਮੈਂ ਗੱਲ ਕਰਦੀ ਹਾਂ, ਜੋ ਕਿ ਜ਼ਿਲ੍ਹਾ ਜਲੰਧਰ ਦੇ ਵਿੱਚ ਹੈ, ਇੱਥੇ ਸਭ ਤੋਂ ਜ਼ਿਆਦਾ ਪ੍ਰੋਬਲਮ ਇਹ ਸੀ ਕਿ ਇਹ ਸਕੂਲ ਅਸਲ ਵਿੱਚ ਪਿਛਲੇ 2 ਸਾਲਾਂ ਤੋਂ ਹੀ ਅਪਗ੍ਰੇਡ ਹੋ ਕੇ ਸੀਨੀਅਰ ਸੈਕੰਡਰੀ ਸਕੂਲ ਬਣਿਆ ਸੀ। ਤੇ ਇੱਥੇ ਲੰਬੇ ਸਮੇਂ ਤੋਂ ਕੋਈ ਪ੍ਰਿੰਸੀਪਲ ਸਾਹਿਬਾਨ ਨਹੀਂ ਸੀ ਰਹਿ ਸਕੇ, ਕਿਉਂਕਿ ਇਹ ਅਸਲ ਵਿੱਚ ਸਤਲੁਜ ਦਰਿਆ ਦੇ ਨਾਲ ਲਾਸਟ ਵਾਲੇ ਪਿੰਡਾਂ ਦੇ ਵਿੱਚੋਂ ਹੈ, ਜਿੱਥੇ ਕਿ ਜ਼ਿਆਦਾਤਰ ਲੋਕ ਆਉਣ ਤੋਂ ਪਰਹੇਜ਼ ਕਰਦੇ ਹਨ, ਹੈ ਨਾ। ਤਾਂ ਇੱਥੇ ਡੈਫੀਨੇਟਲੀ ਬਹੁਤ ਕੁਝ ਕਰਨ ਵਾਲਾ ਸੀ। ਪਹਿਲੀ ਗੱਲ ਤਾਂ ਬਿਲਡਿੰਗ ਬਹੁਤ ਹਿੱਸਿਆਂ ਤੋਂ ਖਰਾਬ ਸੀ, ਟੁੱਟੀ ਫੁੱਟੀ ਸੀ। ਬਿਲਡਿੰਗ ਨੂੰ ਕੋਈ ਕਿਸੇ ਵੀ ਕਿਸਮ ਦਾ ਪੇਂਟ ਨਹੀਂ ਸੀ। ਕਮਰਿਆਂ ਦਾ ਬੁਰਾ ਹਾਲ ਸੀ, ਕਮਰਿਆਂ ਦੇ ਫਰਸ਼ ਟੁੱਟੇ ਹੋਏ ਸੀਗੇ। ਤੁਸੀਂ ਯਕੀਨ ਨਹੀਂ ਮੰਨੋਗੇ ਕਿ ਜਮਾਤ 6ਵੀਂ ਤੋਂ ਲੈ ਕੇ 12ਵੀਂ ਤੱਕ ਕਿਸੇ ਇੱਕ ਵੀ ਕਮਰੇ ਦੇ ਵਿੱਚ ਇੱਕ ਵੀ ਖਿੜਕੀ ਨਹੀਂ ਸੀ। ਮੈਨੂੰ ਬੜਾ ਮਹਿਸੂਸ ਹੋਇਆ ਜਦੋਂ ਮੈਂ ਦਸੰਬਰ ਦੇ ਵਿੱਚ ਜੁਆਇਨ ਕੀਤਾ। ਪਹਿਲੀ ਜਦੋਂ ਬਾਰਿਸ਼ ਹੋਈ ਤਾਂ ਮੇਰੇ ਸਾਰੇ ਵਿਦਿਆਰਥੀ ਸੀ ਉਹ ਸੁੰਗੜੇ ਕਲਾਸ ਦੇ ਵਿੱਚ ਬੈਠੇ ਹੋਏ ਸੀਗੇ ਪੂਰੀ ਠੰਡ ਦੇ ਵਿੱਚ। ਮੇਰੇ ਮਨ ਨੂੰ ਬੜਾ ਮਹਿਸੂਸ ਹੋਇਆ ਕਿ ਦਫ਼ਤਰ ਦੇ ਵਿੱਚ ਮੇਰਾ ਬੈਠਣ ਦਾ ਕੀ ਫਾਇਦਾ ਜੇਕਰ ਮੇਰੇ ਬੱਚੇ ਠੰਡ ਦੇ ਵਿੱਚ ਮਰ ਰਹੇ ਆ। ਤਾਂ ਅਸੀਂ ਚਲੋ ਡਿਪਾਰਟਮੈਂਟ ਵੱਲੋਂ ਵੀ ਸਾਨੂੰ ਬਹੁਤ ਸਹਿਯੋਗ ਦਿੱਤਾ ਗਿਆ। ਇਸ ਤੋਂ ਇਲਾਵਾ ਪੰਚਾਇਤ ਵੱਲੋਂ 1 ਲੱਖ ਰੁਪਏ ਦਾ ਸਾਨੂੰ ਸਹਿਯੋਗ ਦਿੱਤਾ ਗਿਆ। ਅਨੇਕਾਂ ਹੀ ਦਾਨੀ ਸੱਜਣਾ ਨੇ ਸਾਡੀ ਮਦਦ ਕੀਤੀ, ਜਿਨ੍ਹਾਂ ਦੇ ਸਦਕਾ ਅਸੀਂ 7 ਕਮਰਿਆਂ ਦੇ ਵਿੱਚ, ਕਲਾਸਰੂਮਸ ਦੇ ਵਿੱਚ ਅਸੀਂ ਟਾਈਲਿੰਗ ਦਾ ਕੰਮ ਕਰਵਾਇਆ। ਜਿੱਥੇ ਕਿਤੇ ਛੱਤਾਂ ਦੇ ਉੱਪਰ ਟਾਈਲਾਂ ਦੀ ਜ਼ਰੂਰਤ ਸੀਗੀ ਅਸੀਂ ਉੱਥੇ ਟਾਈਲਾਂ ਦਾ ਕੰਮ ਕਰਵਾਇਆ। ਜਿੰਨੀ ਵੀ ਸਾਰੀ ਵਾਇਰਿੰਗ ਸੀਗੀ, ਵਾਇਰਿੰਗ ਠੀਕ ਕੀਤੀ। ਤੁਸੀਂ ਹਰਜੋਤ ਜੀ ਇਸ ਗੱਲ ਦਾ ਯਕੀਨ ਨਹੀਂ ਕਰੋਗੇ ਕਿ ਜਦੋਂ ਇੱਕਦਮ ਕੁਦਰਤੀ ਮੇਰੇ ਬਹੁਤ ਸਾਰੇ ਪਲਾਨ ਸੀਗੇ ਇਸ ਸਕੂਲ ਦੇ ਬਾਰੇ ਵਿੱਚ, ਬਟ ਇੱਕਦਮ ਹੀ ਲੋਕਡਾਊਨ ਲੱਗ ਗਿਆ। ਲੋਕਡਾਊਨ ਲੱਗਣ ਦੇ ਨਾਲ ਸਾਰਾ ਕੁਝ ਫਿਰ ਖੜੋਤ ਵਿੱਚ ਆ ਗਿਆ, ਸਾਰਾ ਕੁਝ ਖੜ ਗਿਆ, ਹੈ ਨਾ। ਉਹ ਇੱਕ ਟਾਈਮ ਸੀਗਾ ਕਿ ਸਾਨੂੰ ਬੜਾ ਮਹਿਸੂਸ ਹੋ ਰਿਹਾ ਸੀਗਾ ਕਿ ਮੈਂ 1 ਅਪ੍ਰੈਲ ਤੋਂ ਇਹ ਸਟਾਰਟ ਕਰਨਾ, 1 ਅਪ੍ਰੈਲ ਤੋਂ ਉਹ ਸਟਾਰਟ ਕਰਨਾ। ਬਟ ਫਿਰ ਵੀ ਅਸੀਂ ਉਸ ਚੀਜ਼ ਨੂੰ ਪੋਜ਼ਿਟਿਵਲੀ ਲੈਣ ਦੀ ਕੋਸ਼ਿਸ਼ ਕੀਤੀ ਕਿ ਡਿਊਰਿੰਗ ਦੈਟ ਟਾਈਮ ਅਸੀਂ ਕਿਸ ਤਰ੍ਹਾਂ ਦਾ ਵਿਕਾਸ ਕਰ ਸਕਦੇ ਹਾਂ, ਹੈ ਨਾ। ਜਦੋਂ ਗਵਰਨਮੈਂਟ ਨੇ 17 ਮਈ ਤੋਂ ਬਾਅਦ ਆਪਣੇ ਲੋਕਡਾਊਨ ਦੇ ਜਿਹੜੇ ਰੂਲ ਸੀਗੇ ਕੁਝ ਥੋੜ੍ਹੇ ਜਿਹੇ ਢਿੱਲੇ ਕੀਤੇ, ਹੈ ਨਾ। ਉਸ ਸਮੇਂ ਦੇ ਦੌਰਾਨ ਹੀ ਮੈਂ ਆਪਣੇ ਸਾਰੇ ਸਕੂਲ ਨੂੰ ਡਿਵੈਲਪ ਕੀਤਾ, ਚਾਹੇ ਉਹ ਬਾਲਾ ਵਰਕ ਹੈ, ਚਾਹੇ ਉਹ ਪੇਂਟ ਹੈ, ਚਾਹੇ ਉਹ ਬਿਲਡਿੰਗ ਦੀ ਰੈਨੋਵੇਸ਼ਨ ਹੈ, ਚਾਹੇ ਉਹ ਫਲੋਰ ਨੇ, ਸਾਰੇ ਛੱਤਾਂ ਹੋ ਗਈਆਂ, ਸਾਫ਼ ਸਫਾਈ ਹੋ ਗਈ, ਪਾਰਕ ਹੋ ਗਏ, ਹੈ ਨਾ। ਇਹ ਸਾਰਾ ਕੰਮ ਮੈਂ ਲੋਕਡਾਊਨ ਦੇ ਵਿੱਚ ਹੀ ਕੰਪਲੀਟ ਕਰਵਾਇਆ। ਤਾਂ ਜਦੋਂ ਕੋਈ ਬੱਸ ਵੀ ਨਹੀਂ ਸੀ ਆਉਂਦੀ ਉਸ ਸਮੇਂ ਵੀ ਮੈਂ ਸਰਹੰਦ ਤੋਂ ਲੈ ਕੇ ਇਸ ਸਕੂਲ ਤੱਕ ਆਪਣੀ ਐਕਟਿਵਾ ਤੇ ਆਉਂਦੀ ਸੀਗੀ ਤੇ 125 ਕਿਲੋਮੀਟਰ ਦਾ ਸਫ਼ਰ ਡੇਲੀ ਆਉਣ ਦਾ ਤੈਅ ਕਰਨਾ। ਸਾਰਾ ਕੰਮ ਕਰਾਉਣ ਤੋਂ ਬਾਅਦ ਵਾਪਸੀ ਫਿਰ 125 ਕਿਲੋਮੀਟਰ ਘਰ ਜਾਣਾ। ਪੂਰੀ ਮਿਹਨਤ ਦੇ ਨਾਲ ਮੈਂ ਤੇ ਮੇਰੇ ਸਟਾਫ ਨੇ ਮਿਲ ਕੇ ਇਸ ਸਕੂਲ ਦੀ ਜਿਹੜੀ ਦਿੱਖ ਹੈਗੀ ਹੈ ਉਹ ਸੁਧਾਰੀ ਹੈ। ਤੇ ਹੁਣ ਮੈਨੂੰ ਬਹੁਤ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਵੀ ਕੋਈ ਸਾਡੇ ਕੋਲ ਬਾਹਰੋਂ ਆਉਂਦੇ ਨੇ ਤਾਂ ਉਹ ਬੜਾ ਖੁਸ਼ ਹੁੰਦੇ ਨੇ ਕਿ ਮੈਡਮ ਇੰਨਾ ਤੁਹਾਡੇ ਸਕੂਲ ਦੇ ਵਿੱਚ ਡਿਸਪਲਿਨ ਹੈ ਕਿ ਸਾਨੂੰ ਇਹ ਮਹਿਸੂਸ ਹੁੰਦਾ ਕਿ ਬੱਚੇ ਹੈਗੇ ਵੀ ਹੈ ਕਿ ਨਹੀਂ ਹੈਗੇ। ਮੈਂ ਜਿਵੇਂ ਆ ਕੇ ਦੇਖਿਆ ਤੁਹਾਡੇ ਸਕੂਲ ਦਾ ਹੱਲੇ ਵੀ ਕੰਸਟਰਕਸ਼ਨ ਦਾ ਕੁਝ ਕੰਮ ਜਿਹੜਾ ਚੱਲ ਰਿਹਾ ਨੇ। ਜੀ ਬਿਲਕੁਲ ਬਿਲਕੁਲ। ਤੇ ਪੱਕੇ ਤੌਰ ਦੇ ਉੱਤੇ ਜਿਹੜੀਆਂ ਤੁਹਾਡੇ ਰੇਲਿੰਗਸ ਨੇ, ਸੜਕਾਂ ਨੇ, ਬਹੁਤ ਅੱਛੇ ਤਰੀਕੇ ਨਾਲ ਸਾਰੀਆਂ ਡਿਵੈਲਪ ਹੋ ਰਹੀਆਂ ਸਕੂਲ ਦੇ ਵਿੱਚ। ਸੋ ਮੈਂ ਪਹਿਲੀ ਵਾਰੀ ਇਸ ਸਕੂਲ ਦੇ ਵਿੱਚ ਆ ਕੇ ਮੈਂ ਇਹ ਚੀਜ਼ ਨੂੰ ਫੀਲ ਕੀਤਾ
ਕਿ ਸਰਕਾਰੀ ਸਕੂਲ ਜਿਹੜੇ ਨੇ ਉਹ ਵੀ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ, ਬਿਲਕੁਲ, ਜੇਕਰ ਬਿਲਕੁਲ। ਤੁਹਾਡੇ ਵਰਗੇ ਲੀਡਰ ਅੱਗੇ ਹੋ ਕੇ ਕੰਮ ਕਰਵਾਉਣ ਤਾਂ। ਸੋ ਜਿਵੇਂ ਕਮਲਜੀਤ ਜੀ ਆਪਾਂ ਗੱਲ ਕਰ ਰਹੇ ਸੀਗੇ ਬੁੱਕ ਦੇ ਬਾਰੇ। ਜੀ ਜੀ। ਸੋ ਅਲਵਿਦਾ ਤੋਂ ਪਹਿਲਾਂ, ਇਹਦਾ ਜਿਹੜਾ ਟਾਈਟਲ ਹੈ ਅਲਵਿਦਾ ਤੋਂ ਪਹਿਲਾਂ, ਇਹਦੇ ਬਾਰੇ ਤੁਸੀਂ ਥੋੜਾ ਜਿਹਾ ਸਾਰੇ ਦਰਸ਼ਕਾਂ ਨੂੰ ਜਿਹੜਾ ਚਾਨਣਾ ਪਾਓ ਕਿ ਅਲਵਿਦਾ ਤੋਂ ਪਹਿਲਾਂ ਦਾ ਮਤਲਬ ਜਾਂ ਇਹ ਥੋਟ ਕਿਵੇਂ ਆਇਆ ਦਿਮਾਗ 'ਚ। ਅਲਵਿਦਾ ਤੋਂ ਪਹਿਲਾਂ ਜਿਹੜਾ ਇਹ ਟਾਈਟਲ ਹੈ ਇਹ ਮੇਰੇ ਦਿਲ ਦੇ ਬਹੁਤ ਨੇੜੇ ਹੈ ਜੀ। ਅਸਲ ਵਿੱਚ ਇਹ ਮੇਰੀ ਇੱਕ ਕਵਿਤਾ ਦਾ ਨਾਮ ਹੈ ਜਿਹੜੀ ਮੈਂ ਟੋਟਲੀ ਇਮੇਜਿਨ ਕਰਕੇ ਲਿਖੀ। ਜੀ। ਬਿਲਕੁਲ ਜੋ ਕਲਪਨਾ ਕੀਤੀ, ਇੱਕ ਦ੍ਰਿਸ਼ ਨੂੰ ਚਿਤਰਿਆ ਗਿਆ ਜਿਸ ਵਿੱਚ ਇੱਕ ਜੋੜਾ ਹੈ, ਉਹ ਇੱਕ ਦੂਸਰੇ ਤੋਂ ਅਲੱਗ ਹੋ ਰਹੇ ਹਨ। ਜੀ। ਅਲੱਗ ਹੋਣ ਲੱਗੇ ਵੀ ਉਹ ਇੱਕ ਦੂਸਰੇ ਦੇ ਪ੍ਰਤੀ ਇੱਕ ਆਸ ਉਮੀਦ ਲੈ ਕੇ ਵਿਛੜ ਰਹੇ ਹੈ। ਜੀ। ਤਾਂ ਜੋ ਉਹ ਇੱਕ ਦ੍ਰਿਸ਼ ਚਿਤਰਨ ਹੈ ਉਹ ਹੈ ਅਲਵਿਦਾ ਤੋਂ ਪਹਿਲਾਂ। ਜੀ। ਇਹ ਇੱਕ ਟਾਈਟਲ ਹੈ, ਉਹ ਮੇਰੇ ਮਨ ਦੇ ਬਹੁਤ ਜ਼ਿਆਦਾ ਨੇੜੇ ਹੈ। ਜੀ। ਤੇ ਮੈਂ ਤੁਹਾਨੂੰ ਇਸ ਕਵਿਤਾ ਨੂੰ ਦੀਆਂ ਲਾਈਨਾਂ ਕੁਝ ਸੁਣਾਉਣਾ ਚਾਹੂੰਗੀ। ਜੀ ਜ਼ਰੂਰ ਜ਼ਰੂਰ। ਆਪਣੀ ਕਵਿਤਾ ਅਲਵਿਦਾ ਤੋਂ ਪਹਿਲਾਂ ਦੇ ਵਿੱਚੋਂ ਮੈਂ ਕੁਝ ਲਾਈਨਾਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਜ਼ਰੂਰ। ਅਲਵਿਦਾ ਤੋਂ ਪਹਿਲਾਂ। ਅਲਵਿਦਾ ਤੋਂ ਪਹਿਲਾਂ ਕੀ ਹੈ ਉਹ ਇਸ ਕਵਿਤਾ ਦੇ ਵਿੱਚ ਦਰਜ ਹੈ। ਅਲਵਿਦਾ ਤੋਂ ਪਹਿਲਾਂ ਕੀ ਹੋ ਸਕਦਾ ਹੈ, ਅਲਵਿਦਾ ਤੋਂ ਪਹਿਲਾਂ ਕੀ ਹੋਇਆ, ਹੈ ਨਾ। ਜੀ। ਤਾਂ ਉਹ ਸਾਰਾ ਕੁਝ ਇਸ ਕਵਿਤਾ ਦੇ ਵਿੱਚ ਦਰਜ ਹੈ। ਇਹ ਜਿਹੜੀ ਕਵਿਤਾ ਹੈ ਮੇਰੇ ਦਿਲ ਦੇ ਬਹੁਤ ਨਜ਼ਦੀਕ ਹੈ। ਕਹਿੰਦੇ ਕਿ ਅਲਵਿਦਾ ਤੋਂ ਪਹਿਲਾਂ ਮੈਂ ਆਖਰੀ ਵਾਰ ਉਹਨੂੰ ਰੱਜ ਕੇ ਤੱਕਿਆ। ਜੀ। ਅਲਵਿਦਾ ਤੋਂ ਪਹਿਲਾਂ ਮੈਂ ਆਖਰੀ ਵਾਰ ਉਹਨੂੰ ਰੱਜ ਕੇ ਤੱਕਿਆ, ਨਰਮੀ ਦੇ ਨਾਲ ਉਹਦੀਆਂ ਗੱਲਾਂ ਨੂੰ ਛੋਹਿਆ। ਜੀ। ਜ਼ੁਲਫਾਂ ਨੂੰ ਹਟਾ ਕੇ ਉਹਦੇ ਸੂਹੇ ਮੱਥੇ ਨੂੰ ਚੁੰਮਿਆ, ਬਾਹਾਂ ਵਿੱਚ ਭਰ ਕੇ ਉਹਨੂੰ ਏਦਾਂ ਗਲ ਨਾਲ ਲਾਇਆ ਜਿਵੇਂ ਲੰਮੀ ਜੰਗ ਤੇ ਚੱਲਿਆ ਹੋਵਾਂ। ਦੋ ਖਾਰੇ ਹੰਝੂ ਮੇਰੀਆਂ ਗੱਲਾਂ 'ਚੋਂ ਤਿਲਕ ਕੇ ਉਹਦੇ ਵਾਲਾਂ ਵਿੱਚ ਅਟਕ ਗਏ। ਉਹ ਤੋਂ ਤਮਾਮ ਉਮਰ ਖੁਸ਼ ਰਹਿਣ ਦਾ ਵਾਅਦਾ ਲੈ ਮੈਂ ਚੁੱਪਚਾਪ ਖਾਮੋਸ਼ ਜਿਹਾ ਫਿਜ਼ਾ 'ਚੋਂ ਨਿਕਲਿਆ। ਇਹ ਮੇਰੀ ਉਸ ਨਾਲ ਆਖਰੀ ਮੁਲਾਕਾਤ ਸੀ। ਇਸ ਤੋਂ ਬਾਅਦ ਸ਼ਾਇਦ ਮੈਂ ਕਦੇ ਆਪਣੇ ਆਪ ਨੂੰ ਵੀ ਨਹੀਂ ਮਿਲਾਂਗਾ। ਜੀ। ਬਹੁਤ ਵਧੀਆ ਜੀ, ਬਹੁਤ ਵਧੀਆ। ਸ਼ੁਕਰੀਆ। ਸਾਡੇ ਦਰਸ਼ਕਾਂ ਨੂੰ ਪਲੀਜ਼ ਜਿਹੜੀ ਤੁਹਾਡੀ ਬੁੱਕ ਹੈ ਅਲਵਿਦਾ ਤੋਂ ਪਹਿਲਾਂ, ਇਹਦੇ ਜ਼ਰੂਰ ਤੁਸੀਂ ਇੱਕ ਵਾਰੀ ਸਾਡੇ ਕੈਮਰੇ ਤੇ ਦਿਖਾਓ ਜੀ। ਹਾਂਜੀ। ਇਹ ਕਾਵ ਸੰਗ੍ਰਹਿ ਹੈ ਜੀ ਮੇਰਾ, ਜੋ ਹੁਣੇ ਅਸੀਂ ਪ੍ਰਕਾਸ਼ਿਤ ਕੀਤਾ ਹੈ ਅਜ਼ੀਜ਼ ਬੁੱਕ ਹਾਊਸ ਆਟੋਮਨ ਆਰਟ ਤੋਂ। ਅਲਵਿਦਾ ਤੋਂ ਪਹਿਲਾਂ ਬਹੁਤ ਹੀ ਖੂਬਸੂਰਤ ਇਸ ਦਾ ਕਵਰ ਬਣਿਆ ਹੈ ਤੇ ਪਿੱਛੇ ਇਸ ਦੇ ਪ੍ਰਸਿੱਧ ਨਾਵਲਕਾਰ ਤੇ ਕਹਾਣੀਕਾਰ ਜਸਬੀਰ ਰਾਣਾ ਜੀ ਨੇ ਇਹਦੇ ਮੁੱਖ ਬੰਦ ਲਿਖੇ ਹਨ। ਤੇ ਮੈਂ ਆਪ ਜੀ ਨੂੰ ਇਹ ਗੱਲ ਦੱਸਣਾ ਚਾਹੂੰਗੀ ਕਿ ਇਸ ਕਾਵ ਸੰਗ੍ਰਹਿ, ਹਾਲਾਂਕਿ ਬਹੁਤ ਥੋੜਾ ਸਮਾਂ ਹੋਇਆ ਇਸ ਨੂੰ ਛਪੇ ਨੂੰ, ਬਟ ਅਸੀਂ ਇਸ ਦਾ ਜਿਹੜਾ ਫਸਟ ਐਡੀਸ਼ਨ ਹੈ ਉਹ ਅਸੀਂ ਆਲਮੋਸਟ ਇਸ ਦਾ ਸਾਰੇ ਪਾਠਕਾਂ ਤੱਕ ਪਹੁੰਚਾ ਚੁੱਕੇ ਹਾਂ ਤੇ ਹੁਣ ਇਸ ਦਾ ਦੂਸਰਾ ਐਡੀਸ਼ਨ ਛਾਪਣ ਦੀ ਤਿਆਰੀ ਚੱਲ ਰਹੀ ਹੈ। ਵੈਰੀ ਗੁੱਡ। ਐਕਚੁਅਲ ਦੇ ਵਿੱਚ ਮੈਂ ਇਹਦੀ ਫੀਡਬੈਕ ਵੀ ਦੇਖ ਰਿਹਾ ਸੀ ਤੁਹਾਡੀ ਬੁੱਕ ਦੇ, ਬਹੁਤ ਹੀ ਵਧੀਆ ਸੋਹਣੇ ਕਮੈਂਟ ਹਰ ਇੱਕ ਸਰੋਤੇ ਨੇ ਇਹਨੂੰ ਦਿੱਤੇ ਹੈ। ਸੋ ਬਹੁਤ ਹੀ ਅੱਛਾ ਲੱਗਦਾ ਕਿ ਜਿਵੇਂ ਸਾਡੀ ਕਿਸੇ ਚੀਜ਼ ਨੂੰ ਪ੍ਰੇਰਿਤ ਕੀਤਾ ਜਾਵੇ। ਜੀ ਜੀ, ਬਿਲਕੁਲ ਬਿਲਕੁਲ। ਅਸਲ ਵਿੱਚ ਹਰ ਇੱਕ ਲੇਖਕ ਦੇ ਲਈ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਜਿਹੜੀ ਉਸਦੀ ਜਿਹੜੀ ਪਹਿਲੀ ਸਾਹਿਤਿਕ ਕਿਰਤ ਹੈ ਉਹ ਪਾਠਕਾਂ ਦੇ ਵੱਲੋਂ ਉਹਦਾ ਭਰਪੂਰ ਸਵਾਗਤ ਕੀਤਾ ਜਾਵੇ, ਉਸਦਾ ਭਰਪੂਰ ਹੁੰਗਾਰਾ ਮਿਲੇ। ਇਸ ਨਾਲ ਸਾਨੂੰ ਪ੍ਰੇਰਨਾ ਮਿਲਦੀ ਹੈ, ਸਾਨੂੰ ਮੋਟੀਵੇਸ਼ਨ ਮਿਲਦੀ ਹੈ। ਤੁਸੀਂ ਯਕੀਨ ਨਹੀਂ ਕਰੋਗੇ ਕਿ ਜਿਨ੍ਹਾਂ ਤੱਕ ਵੀ ਕਿਤਾਬ ਪਹੁੰਚਾਈ ਗਈ ਹੈ ਉਹਨਾਂ ਨੇ ਕਿਤਾਬ ਪੜ੍ਹਨ ਤੋਂ ਬਾਅਦ ਮੈਨੂੰ ਫੋਨ ਕੀਤਾ ਹੈ ਕਿ ਫਲਾਣੇ ਨੰਬਰ ਪੇਜ ਤੇ ਫਲਾਣੀ ਗੱਲ ਸਾਨੂੰ ਬਹੁਤ ਖੂਬਸੂਰਤ ਲੱਗੀ। ਮੇਰੇ ਜਸਬੀਰ ਰਾਣਾ ਜੀ ਮੈਨੂੰ ਅਕਸਰ ਕਹਿੰਦੇ ਹੁੰਦੇ ਸੀ ਕਿ ਗੀਤ ਜਦੋਂ ਤੇਰੀ ਕਿਤਾਬ ਲੋਕ ਪੜ੍ਹਨਗੇ ਨਾ ਤਾਂ ਦੇਖੀ ਤੈਨੂੰ ਫੋਨ ਆਉਣਗੇ। ਬਿਲਕੁਲ ਉਹਨਾਂ ਦੀ ਗੱਲ ਬਿਲਕੁਲ ਸਹੀ ਹੋਈ ਹੈ। ਜੋ ਵੀ ਕਿਤਾਬ ਪੜ੍ਹਦਾ, ਜਿਨ੍ਹਾਂ ਕੋਲ ਵੀ ਕਿਤਾਬ ਪਹੁੰਚਦੀ ਹੈ ਪਾਠਕ ਦੇ ਹੱਥਾਂ ਵਿੱਚ, ਉਹ ਕਵਿਤਾਵਾਂ ਦਾ ਨਾਮ ਲੈ ਕੇ ਮੈਨੂੰ ਫੋਨ ਕਰਦੇ ਨੇ ਕਿ ਹਾਂਜੀ ਤੁਹਾਡੀ ਉਹ ਚੀਜ਼ ਬਹੁਤ ਸੋਹਣੀ ਹੈ, ਤੁਹਾਡੀ ਉਹ ਚੀਜ਼ ਬਹੁਤ ਸੋਹਣੀ ਹੈ। ਤਾਂ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਜਿਹੜੀ ਮੇਰੀ ਪਹਿਲੀ ਹੀ ਸਾਹਿਤਕ ਕਿਰਤ ਹੈ ਇਹਦਾ ਭਰਪੂਰ ਸਵਾਗਤ ਹੋਇਆ। ਇੱਕ ਚੀਜ਼ ਮੈਂ ਹੋਰ ਪੁੱਛਣਾ ਚਾਹਾਂਗਾ, ਤੁਹਾਡਾ ਨਾਮ ਜਿਹੜਾ ਕਮਲਜੀਤ ਹੈ, ਬਟ ਜਿਹੜਾ ਬੁੱਕ ਤੇ ਲਿਖਿਆ ਮੈਂਸ਼ਨ ਕੀਤਾ ਕਮਲਗੀਤ, ਇਹਦੇ ਪਿੱਛੇ ਕੀ ਰਾਜ਼ ਹੈ? ਅਸਲ ਵਿੱਚ ਮੇਰਾ ਪੂਰਾ ਨਾਮ ਤਾਂ ਕਮਲਜੀਤ ਕੌਰ ਹੈ, ਬਟ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਫੇਸਬੁੱਕ ਦੇ ਉੱਪਰ ਤਾਂ ਮੈਂ ਉਸਨੂੰ ਇੱਕ ਸਾਹਿਤਿਕ ਟੱਚ ਦੇਣ ਦੇ ਲਈ, ਮੈਂ ਤੇ ਮੇਰੀ ਇੱਕ ਬੈਸਟ ਫਰੈਂਡ ਹੈ ਮੈਡਮ ਰਣਜੀਤ ਕੌਰ, ਉਹ ਵੀ ਟੀਚਰ ਨੇ, ਤਾਂ ਉਹਨਾਂ ਨੇ ਮੈਨੂੰ ਇਸ ਚੀਜ਼ ਦੇ ਲਈ, ਅਸੀਂ ਆਪਸ ਦੇ ਵਿੱਚ ਸਲਾਹ ਬਣਾਈ ਕਿ ਨਹੀਂ ਨਾਂ ਨੂੰ ਥੋੜਾ ਸਾਹਿਤਿਕ ਬਣਾਉਂਦੇ ਹਾਂ, ਥੋੜਾ ਮਿਊਜ਼ੀਕਲੀ ਹੋਣਾ ਚਾਹੀਦਾ ਹੈ ਨਾ। ਤਾਂ ਫਿਰ ਅਸੀਂ ਕੀ ਕੀਤਾ, ਅਸੀਂ ਕਮਲਜੀਤ ਤੋਂ ਕਮਲਗੀਤ ਬਣਾ ਲਿਆ। ਤਾਂ ਮੈਂ ਚਾਹੁੰਦੀ ਸੀ ਕਿ ਮੈਂ ਆਪਣੇ ਇਲਾਕੇ ਨੂੰ, ਆਪਣੇ ਸ਼ਹਿਰ ਨੂੰ ਰਿਪਰੈਜ਼ੈਂਟ ਕਰਾਂ,
ਅਸੀਂ ਉਸ ਦਾ ਵੀ ਨਾਮ ਰੌਸ਼ਨ ਕਰੀਏ। ਤਾਂ ਇਸ ਲਈ ਫਿਰ ਉੱਥੋਂ ਸਰਹੰਦ ਤੋਂ ਮੈਂ ਜਿਵੇਂ ਬਿਲੋਂਗ ਕਰਦੀ ਹਾਂ ਹੈ ਨਾ, ਤਾਂ ਸਰਹੰਦ ਨੂੰ ਨਾਲ ਲਗਾ ਕੇ ਉੱਥੋਂ ਫਿਰ ਕਮਲਜੀਤ ਕੌਰ ਤੋਂ ਫਿਰ ਕਮਲਗੀਤ ਸਰਹੰਦ ਬਣਾ ਲਿਆ। ਬਹੁਤ ਬਹੁਤ ਖੂਬ ਜੀ। ਜੀ ਜੀ। ਆਪਾਂ ਇੱਕ ਹੋਰ ਚੀਜ਼ ਜਾਣਦੇ ਹਾਂ ਜੀ ਤੁਹਾਡੇ ਕੋਲੋਂ ਕਿ ਜਿਹੜੀ ਤੁਸੀਂ ਇਹ ਬੁੱਕ ਲਿਖੀ ਇਹਦੀ ਪ੍ਰੇਰਣਾ ਤੁਹਾਨੂੰ ਕਿੱਥੋਂ ਮਿਲੀ? ਕਿਉਂਕਿ ਇੱਕ ਜਿਵੇਂ ਤੁਸੀਂ ਦੱਸਿਆ ਕਿ ਮੈਂ ਕੁਝ ਸਤਰਾਂ ਲਿਖ ਕੇ ਆਪਣੀ ਡਾਇਰੀ 'ਚ ਨੋਟ ਕਰਦੀ ਸੀ ਜਾਂ ਫੇਸਬੁੱਕ ਤੇ ਜਾਂ WhatsApp ਤੇ ਕਿਸੇ ਨੂੰ ਭੇਜਦੀ ਸੀ, ਫਿਰ ਕਿੱਥੋਂ ਪ੍ਰੇਰਣਾ ਮਿਲੀ ਕਿ ਤੁਸੀਂ ਇਹ ਬੁੱਕ ਜਿਹੜੀ ਹੈ ਅੱਜ ਆਪਣੀ ਪਬਲਿਸ਼ ਕਰ ਚੁੱਕੇ ਹੋ? ਹਾਂਜੀ ਬਿਲਕੁਲ ਹਰਜੋਤ ਜੀ, ਇਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗੀ ਕਿਉਂਕਿ ਕੋਈ ਨਾ ਕੋਈ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਰਾਹ ਦਸੇਰਾ ਹੁੰਦਾ ਜਿਹੜਾ ਉਸਨੂੰ ਉਂਗਲ ਫੜ ਕੇ ਬੱਚੇ ਦੇ ਵਾਂਗੂ ਹੈ ਨਾ ਉਹਦੀ ਮੰਜ਼ਿਲ ਤੱਕ ਲੈ ਕੇ ਜਾਂਦਾ ਹੈ ਨਾ। ਮੈਂ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਆਪ ਹੀ ਪਹਿਲਾਂ ਡਾਇਰੀ ਤੇ ਲਿਖਦੀ ਹੁੰਦੀ ਸੀਗੀ। ਆਫਟਰ ਦੈਟ ਜਦੋਂ ਮੈਨੂੰ ਲੱਗਿਆ ਕਿ ਵੱਧ ਤੋਂ ਵੱਧ ਲੋਕ ਮੇਰੀ ਕਵਿਤਾ ਨੂੰ ਪੜ੍ਹਨ, ਮੈਨੂੰ ਉਹਦੇ ਚੰਗੇ ਮਾੜੇ ਪੱਖ ਨੇ ਜਿਹੜੇ ਉਹ ਦੱਸਣ, ਤਾਂ ਮੈਂ ਫੇਸਬੁੱਕ ਤੇ ਲਿਖਣਾ ਸ਼ੁਰੂ ਕੀਤਾ। ਜਦੋਂ ਮੈਂ ਫੇਸਬੁੱਕ ਤੇ ਲਿਖਣਾ ਸ਼ੁਰੂ ਕੀਤਾ ਤਾਂ ਉੱਥੋਂ ਕਹਾਣੀਕਾਰ ਤੇ ਨਾਵਲਕਾਰ ਸਰਦਾਰ ਜਸਵੀਰ ਰਾਣਾ ਜੀ, ਉਹਨਾਂ ਨਾਲ ਮੇਰੀ ਜਾਣ ਪਛਾਣ ਹੋਈ ਹੈ ਨਾ। ਇੱਕ ਦਿਨ ਮੈਂ ਫੇਸਬੁੱਕ ਦੇ ਉੱਪਰ ਇੱਕ ਕਵਿਤਾ ਪੋਸਟ ਕੀਤੀ ਸੀ, ਮੈਂ ਮੁਹੱਬਤ ਦਾ ਕਵੀ ਹਾਂ ਹੈ ਨਾ। ਉਹ ਜਿਹੜੀ ਕਵਿਤਾ ਸੀਗੀ ਉਹ ਬਹੁਤ, ਮੈਂ ਤੁਹਾਨੂੰ ਉਸਦੀਆਂ ਕੁਝ ਲਾਈਨਾਂ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਹੈ ਨਾ। ਉਹ ਸ਼ੁਰੂ ਤੋਂ ਇਹ ਸੀਗੇ ਕਿ ਮੈਂ ਮੁਹੱਬਤ ਦਾ ਕਵੀ ਹਾਂ, ਮੈਨੂੰ ਕਿਸੇ ਵਾਦ ਵਿੱਚ ਨਾ ਵਾੜਿਓ। ਜਿਵੇਂ ਮੈਂ ਖੁੱਲੀ ਕਵਿਤਾ ਨੂੰ ਪਿਆਰ ਕਰਦੀ ਹਾਂ ਹੈ ਨਾ। ਤਾਂ ਉਸ ਚੀਜ਼ ਨੂੰ ਜਦੋਂ ਉਹ ਕਵਿਤਾ ਜਸਵੀਰ ਰਾਣਾ ਜੀ ਨੇ ਪੜ੍ਹੀ ਤਾਂ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਕਿ ਬੇਟਾ ਮੈਨੂੰ ਆਪਣੀਆਂ ਕੁਝ ਰਚਨਾਵਾਂ ਭੇਜੋ। ਤੇ ਮੈਨੂੰ ਹੁਣ ਹਾਸਾ ਵੀ ਆਉਂਦਾ ਉਸ ਟਾਈਮ ਦੇ ਉੱਪਰ, ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਕੌਣ ਹੋ ਜੀ? ਉਸ ਟਾਈਮ ਤੇ ਪਤਾ ਨਹੀਂ। ਹਾਂ ਬਿਲਕੁਲ, ਮਤਲਬ ਇੰਨੇ ਵੱਡੇ ਉਹ ਕਹਾਣੀਕਾਰ ਨਾਵਲਕਾਰ, ਤੇ ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਤੇ ਅੱਜ ਮੈਨੂੰ ਮੂਰਖਤਾ ਭਰਿਆ ਵੀ ਲੱਗਦਾ ਕਿ ਮੈਂ ਉਹਨਾਂ ਨੂੰ ਪੁੱਛ ਰਹੀ ਸੀਗੀ that who are you ਹੈ। ਤਾਂ ਉਹਨਾਂ ਨੇ ਫਿਰ ਮੈਨੂੰ ਦੱਸਿਆ ਕਿ ਬੇਟਾ ਮੈਂ ਕਹਾਣੀਆਂ ਵੀ ਲਿਖਦਾ, ਨਾਵਲ ਵੀ ਲਿਖਿਆ, ਮੇਰੀ ਇੰਨੀਆਂ ਕਿਤਾਬਾਂ ਆ ਚੁੱਕੀਆਂ ਨੇ ਹੈ ਨਾ। ਉਸ ਟਾਈਮ ਫਿਰ ਸ਼ਾਇਦ ਮੈਂ ਬਹੁਤਾ ਨਹੀਂ ਸੀ ਇਸ ਚੀਜ਼ ਬਾਰੇ ਜਾਣਦੀ, ਬਟ ਮੈਂ ਉਹਨਾਂ ਨੂੰ ਆਪਣੀਆਂ ਰਚਨਾਵਾਂ ਭੇਜੀਆਂ, ਉਹਨਾਂ ਨੇ ਬਹੁਤ ਪਸੰਦ ਕੀਤੀਆਂ। ਮੋਟੀਵੇਸ਼ਨ ਦੇ ਲਈ ਉਹਨਾਂ ਨੇ ਮੈਨੂੰ ਵੌਇਸ ਮੈਸੇਜ ਭੇਜਿਆ ਕਿ ਬਹੁਤ ਅੱਛਾ, ਤੁਸੀਂ ਬਹੁਤ ਅੱਛਾ ਲਿਖ ਰਹੇ ਹੋ, ਤੁਹਾਡੇ ਵਿੱਚ ਇੱਕ ਨਵੇਕਲਾਪਣ ਹੈ, ਨਵਾਂਪਣ ਹੈ। ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਬੇਟਾ ਲਿਖ ਕੇ ਫੇਸਬੁੱਕ ਤੇ ਛੱਡ ਨਹੀਂ ਦੇਣਾ ਹੈਗਾ, ਤੁਸੀਂ ਕਿਤਾਬ ਦੇ ਲਈ ਟਰਾਈ ਕਰੋ। ਜੋ ਵੀ ਤੁਸੀਂ ਲਿਖਿਆ ਉਸ ਸਾਰੇ ਮਟੀਰੀਅਲ ਨੂੰ ਕਲੈਕਟ ਕਰੋ ਤਾਂ ਕਿ ਇਸ ਨੂੰ ਤੁਸੀਂ ਇੱਕ ਕਿਤਾਬ ਦਾ ਰੂਪ ਦੇ ਸਕੋ। ਤਾਂ ਉਹਨਾਂ ਦੀ ਮੋਟੀਵੇਸ਼ਨ ਦੇ ਥਰੂ ਹੀ ਮੇਰੇ ਮਾਈਂਡ ਵਿੱਚ ਇੱਕ ਕਿਤਾਬ ਦਾ ਕੰਸੈਪਟ ਆਇਆ। ਫਿਰ ਅਸੀਂ ਕਿਤਾਬ ਦੇ ਲਈ ਮੈਂ ਜਿੰਨੀ ਵੀ ਸਾਰੀ ਮੇਰੀ ਪੋਇਟਰੀ ਕੋਈ ਡਾਇਰੀ ਤੇ ਲਿਖੀ ਸੀਗੀ, ਕੋਈ WhatsApp ਤੇ ਸੀਗੀ, ਕੋਈ ਯੂਅਰ ਕੋਟ ਵਿੱਚ ਬਣੀ ਹੋਈ ਸੀਗੀ, ਜਾਂ ਫੇਸਬੁੱਕ ਤੇ ਸਾਰਾ ਕੁਝ ਸੀਗਾ। ਉਸ ਤੋਂ ਇਲਾਵਾ ਜੋ ਵੀ ਕੁਝ ਨਵਾਂ ਲਿਖਿਆ ਮੈਂ ਸਾਰਾ ਕੁਝ ਉਹ ਇੱਕ ਡਾਇਰੀ ਦੇ ਵਿੱਚ ਕਲੈਕਟ ਕੀਤਾ। ਤੇ ਜਦੋਂ ਮੈਂ ਮਤਲਬ ਉਸ ਸਾਰੇ ਨੂੰ ਕਲੈਕਟ ਕੀਤਾ ਡਿਊਰਿੰਗ ਦੈਟ ਟਾਈਮ, ਫਿਰ ਲੋਕਡਾਊਨ ਲੱਗ ਗਿਆ। ਫਿਰ ਮੈਂ ਉਸਨੂੰ ਇੱਕ ਹੋਰ ਡਾਇਰੀ ਦੇ ਉੱਪਰ ਸਾਫ ਸੁਥਰੇ ਰੂਪ ਦੇ ਵਿੱਚ ਲਿਖਿਆ। ਤੇ ਇਸ ਚੀਜ਼ ਦੇ ਲਈ ਸਪੈਸ਼ਲ ਤੌਰ ਤੇ ਰਾਣਾ ਸਰ ਨੇ ਹੀ ਮੈਨੂੰ ਪ੍ਰੇਰਿਤ ਕੀਤਾ। ਇਹਨਾਂ ਦੀ ਪ੍ਰੇਰਨਾ ਦੇ ਸਦਕਾ ਹੀ ਜਿਹੜਾ ਇਹ ਕਾਵਿ ਸੰਗ੍ਰਹਿ ਹੈ ਉਹ ਸਾਹਿਤਿਕ ਜਗਤ ਦੀ ਝੋਲੀ ਪੈ ਸਕਿਆ ਹੈ, ਤੇ ਮੈਂ ਇਸ ਗੱਲ ਦੇ ਲਈ ਉਹਨਾਂ ਦੀ ਬਹੁਤ ਸ਼ੁਕਰਗੁਜ਼ਾਰ ਸੀ। ਤੁਹਾਨੂੰ ਫੈਮਿਲੀ ਦੇ ਵਿੱਚੋਂ ਕਿੰਨਾ ਕੁ ਸਪੋਰਟ ਮਿਲਿਆ ਇਸ ਕੰਮ ਵਾਸਤੇ? ਜਿਵੇਂ ਤੁਸੀਂ ਦੱਸ ਰਹੇ ਸੀ ਕਿ ਹਸਬੈਂਡ ਨੇ ਪਹਿਲਾਂ ਤੇ ਕਾਫੀ ਸਪੋਰਟ ਕੀਤਾ ਸਟੱਡੀ ਦੇ ਵਿੱਚ, ਤੁਹਾਨੂੰ ਇਸ ਕੰਮ ਵਾਸਤੇ ਕਿੰਨਾ ਉਤਸ਼ਾਹਿਤ ਕੀਤਾ ਉਹਨਾਂ ਨੇ? ਹਾਂ, ਇੱਥੇ ਮੈਂ ਹਰਜੋਤ ਜੀ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨਾ ਚਾਹੂੰਗੀ ਕਿ ਮੈਨੂੰ ਇੱਕ ਵਾਰੀ ਕਿਸੇ ਨੇ ਕਿਹਾ ਸੀਗਾ ਕਿ ਗੱਲ ਹੋ ਰਹੀ ਸੀਗੀ ਐਵੇਂ ਹੈ ਨਾ, ਕਿ ਇੱਕ ਆਦਮੀ ਆਪਣੀ ਜਿਹੜੀ ਲੇਖਕ ਔਰਤ ਹੈ ਨਾ, ਜੇਕਰ ਉਸਨੂੰ ਸਪੋਰਟ ਕਰਨਾ ਚਾਹੁੰਦਾ ਹੈਗਾ ਤਾਂ ਫਿਰ ਉਹਦੇ ਲਈ ਕੀ ਕਰੇ? ਇੱਕ ਸਵਾਲ ਸੀਗਾ। ਤਾਂ ਜਿਨ੍ਹਾਂ ਨੇ ਇਹ ਸਵਾਲ ਕੀਤਾ ਤਾਂ ਉਹਨਾਂ ਨੇ ਇਹਦਾ ਜਵਾਬ ਵੀ ਦਿੱਤਾ ਕਿ ਉਹ ਉਹਦੇ ਲਈ ਕੁਛ ਨਾ ਕਰੇ। ਕੁਛ ਨਾ ਕਰੇ ਦਾ ਮਤਲਬ ਇਹ ਹੈਗਾ ਕਿ ਉਹ ਰੁਕਾਵਟ ਨਾ ਬਣੇ। ਜਿਸ ਤਰ੍ਹਾਂ ਤੁਸੀਂ ਕਿਤਾਬ ਦੇ ਵਿੱਚ ਮੇਰੀ ਕਵਿਤਾ ਪੜ੍ਹਦੇ ਹੋ ਤਾਂ ਬਹੁਤ ਸਾਰੀ ਜਿਹੜੀ ਕਵਿਤਾ ਹੈਗੀ ਆ ਉਹ ਲੋਕਾਂ ਦੀਆਂ ਸਮੱਸਿਆਵਾਂ ਦੇ ਨਾਲ ਹੈ ਨਾ, ਉਹਦੇ ਵਿੱਚ ਪਿਆਰ ਮੁਹੱਬਤ ਦੀ ਗੱਲ ਹੈ, ਤਕਲੀਫ ਦੀ ਗੱਲ ਹੈ। ਤਾਂ ਇਸ ਚੀਜ਼ ਦੇ ਉੱਪਰ ਜੇਕਰ ਅਸੀਂ ਔਰਤਾਂ ਦੀ ਗੱਲ ਕਰਦੇ ਹਾਂ ਤਾਂ ਕਦੇ ਅਸੀਂ ਸਮਾਜ ਦੀ ਗੱਲ ਕਰਦੇ ਹਾਂ, ਕਦੇ ਰੇਪ ਦੀ ਗੱਲ ਹੁੰਦੀ ਹੈ ਨਾ, ਤੇ ਉਹ ਚੀਜ਼ਾਂ ਦੇ ਉੱਪਰ ਉਹਨਾਂ ਵਿਸ਼ਿਆਂ ਨੂੰ ਹੱਥ ਪਾਉਣਾ ਬਹੁਤ ਵੱਡੀ ਗੱਲ ਹੁੰਦੀ ਹੈ। ਉਹਦੇ ਲਈ ਕਿਤੇ ਨਾ ਕਿਤੇ ਸਾਨੂੰ ਜਿਹੜੀ ਇੱਕ ਪਰਿਵਾਰ ਦਾ ਇੱਕ ਨੈਗੇਟਿਵ ਅਪਰੋਚ ਵੀ ਸਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਨਾ। ਬਟ ਇਸ ਗੱਲ ਦੇ ਲਈ ਮੈਂ ਤੁਹਾਨੂੰ ਇਹ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਮੇਰੇ ਹਸਬੈਂਡ ਨੇ ਕਦੇ ਇਸ ਚੀਜ਼ ਦੇ ਵਿੱਚ ਰੋਕ ਨਹੀਂ ਲਗਾਈ ਮੇਰੇ ਤੋਂ ਹੈ ਨਾ। ਉਹਨਾਂ ਨੇ ਕੁਛ ਨਹੀਂ, ਉਹਨਾਂ ਨੂੰ ਪਤਾ ਹੁੰਦਾ ਕਿ ਈਵਨ ਮੇਰੇ ਬੱਚਿਆਂ ਨੂੰ ਵੀ ਕਹਿ ਦਿੰਦੇ ਨੇ ਕਿ ਤੁਹਾਡੀ ਮੰਮੀ ਲਿਖ ਰਹੀ ਹੈ, ਇਸ ਟਾਈਮ ਉਹਨੂੰ ਡਿਸਟਰਬ ਨਾ ਕਰੋ। ਮੇਰੇ ਕੋਲ ਮਤਲਬ ਇੱਕ ਉਹਨਾਂ ਨੇ ਮੈਨੂੰ ਇੱਕ ਮਦਰ ਹੋਣ ਤੋਂ ਇਲਾਵਾ, ਇੱਕ ਵਾਈਫ ਹੋਣ ਤੋਂ ਇਲਾਵਾ, ਇੱਕ
ਜੋ ਇੱਕ ਮੇਰਾ ਇੱਕ ਪਰਸਨਲ ਹੈ, ਆਪਣਾ ਆਪ ਹੈ, ਉਹਦੇ ਵਿੱਚ ਜੀਣ ਦਾ ਇੱਕ ਟਾਈਮ ਮੇਰੇ ਕੋਲ ਹੈਗਾ। ਉਹਨਾਂ ਨੇ ਕਦੇ ਵੀ ਮੈਨੂੰ ਇਸ ਚੀਜ਼ ਤੋਂ ਰੋਕਿਆ ਨਹੀਂ ਹੈਗਾ ਕਿ ਨਹੀਂ ਤੁਸੀਂ ਲਿਖੋ, ਤੁਹਾਨੂੰ ਸ਼ੌਕ ਹੈ, ਤੁਸੀਂ ਇਸ ਪਾਸੇ ਨੂੰ ਵੀ ਡਿਵੈਲਪਮੈਂਟ ਕਰਨਾ ਚਾਹੁੰਦੇ ਹੋ, ਤਾਂ ਉਹਨਾਂ ਦਾ ਬਹੁਤ ਇਸ ਚੀਜ਼ ਦੇ ਵਿੱਚ ਯੋਗਦਾਨ ਹੈ ਜੀ। ਬਹੁਤ ਵੱਡੀ ਸਪੋਰਟ ਹੈ ਜੀ ਇਹ ਵੀ, ਕਿ ਕਿਸੇ ਨੂੰ ਕਿਸੇ ਕੰਮ ਕਰਨ ਤੋਂ ਨਾ ਰੋਕਣਾ, ਉਹ ਵੀ ਚੰਗਾ ਕੰਮ ਕਰਦਾ। ਬਿਲਕੁਲ, ਕਿਉਂਕਿ ਇਹ ਮਨ ਦੇ ਵਲਵਲੇ ਅਸੀਂ ਕਿਸੇ ਨੂੰ ਸ਼ਬਦਾਂ ਵਿੱਚ ਇਵੇਂ ਬਿਆਨ ਨਹੀਂ ਕਰ ਸਕਦੇ ਜੀ, ਜਿਵੇਂ ਆਪਾਂ ਲਿਖ ਕੇ ਕਿਸੇ ਨੂੰ ਪ੍ਰੈਜ਼ੈਂਟ ਕਰ ਸਕਦੇ। ਬਿਲਕੁਲ। ਸੋ ਇਹ ਮਨ ਦੇ ਭਾਵ ਨੇ ਜਿਹੜੇ ਤੁਸੀਂ ਆਪਣੀ ਬੁੱਕ ਦੇ ਵਿੱਚ ਦਿੱਤੇ ਨੇ। ਸੋ ਮੈਂ ਸਾਰੇ ਦਰਸ਼ਕਾਂ ਨੂੰ ਇਹ ਬੇਨਤੀ ਕਰਾਂਗਾ ਕਿ ਬਹੁਤ ਹੀ ਵਧੀਆ ਕਿਤਾਬ ਜੋ ਮੈਡਮ ਕਮਲਗੀਤ ਜੀ ਨੇ ਲਿਖੀ ਹੈ, ਸੋ ਇਹ ਸਾਰੇ ਜਾਣੇ ਪਲੀਜ਼ ਇਹਨੂੰ ਬਾਏ ਕਰਕੇ ਇੱਕ ਵਾਰੀ ਜ਼ਰੂਰ ਪੜ੍ਹੋ। ਕਿਉਂਕਿ ਮੈਂ ਪਰਸਨਲੀ ਵਿਊ ਦੇਣਾ ਚਾਹੂੰਗਾ ਕਿ ਮੈਂ ਪੜ੍ਹਨ ਦਾ ਵੈਸੇ ਬਹੁਤ ਸ਼ੌਕੀਨ ਹਾਂ, ਲੇਕਿਨ ਇਹ ਬੁੱਕ ਪੜ੍ਹਨ ਤੋਂ ਬਾਅਦ ਮੇਰੇ ਮਨ ਦੇ ਵਿੱਚ ਇੱਕ ਇਹ ਚੀਜ਼ ਆਈ ਕਿ ਮੈਂ ਮੈਡਮ ਨੂੰ ਜ਼ਰੂਰ ਮਿਲਾਂ ਜਾ ਕੇ। ਸੋ ਮਿਲ ਕੇ ਵੀ ਬਹੁਤ ਅੱਛਾ ਲੱਗਾ। ਬੜੇ ਅੱਛੇ ਇਹਨਾਂ ਦੇ ਮਿੱਠ ਬੋਲੜੇ ਸੁਭਾਅ ਦੇ ਨੇ, ਤੇ ਜੋ ਇਹਨਾਂ ਨੇ ਆਪਣੇ ਆਪ ਨੂੰ ਪ੍ਰੈਜ਼ੈਂਟ ਕੀਤਾ ਵੀਡੀਓ ਦੇ ਵਿੱਚ, ਉਹ ਤੋਂ ਕਿਤੇ ਗੁਣਾ ਜ਼ਿਆਦਾ ਇਸ ਬੁੱਕ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ, ਆਪਣੇ ਮਨ ਦੇ ਵਲਵਲਿਆਂ ਨੂੰ ਜ਼ਰੂਰ ਦਰਸਾਇਆ ਹੈ। ਸੋ ਪਹਿਲਾ ਐਡੀਸ਼ਨ ਇਹਦਾ ਬਹੁਤ ਹੀ ਤੇਜ਼ੀ ਦੇ ਨਾਲ ਵਿਕ ਚੁੱਕਾ ਹੈ। ਦੂਸਰਾ ਐਡੀਸ਼ਨ ਤਕਰੀਬਨ ਤੁਸੀਂ ਦੱਸ ਰਹੇ ਸੀ ਕਿ ਦੂਸਰਾ ਐਡੀਸ਼ਨ ਵੀ ਛਪਣ ਦੀ ਤਿਆਰੀ 'ਚ ਹੈ। ਸੋ ਲੇਟ ਨਾ ਹੋਵੋ ਦੋਸਤੋ, ਬਹੁਤ ਹੀ ਅੱਛੀ ਬੁੱਕ ਹੈ। ਸੋ ਲਾਸਟ ਤੇ ਮੈਂ ਪੁੱਛੂੰਗਾ ਕਿ ਮੈਮ ਤੁਸੀਂ ਅੱਜ ਦੀ ਜਨਰੇਸ਼ਨ ਨੂੰ ਕੀ ਮੈਸੇਜ ਦੇਣਾ ਚਾਹੋਗੇ? ਜਿਵੇਂ ਤੁਸੀਂ ਮਾਂ ਬੋਲੀ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਹੋ, ਅੱਜ ਦੇ ਬੱਚਿਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਹਾਂਜੀ, ਅੱਜ ਦੀ ਜਨਰੇਸ਼ਨ ਦੇ ਵਿੱਚ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਉਹਨਾਂ ਵਿੱਚ ਇੱਕ ਚੀਜ਼ ਦੀ ਕਾਹਲ ਹੈ ਜੀ, ਟਕਾ ਦੀ ਕਮੀ ਹੈ। ਉਹਨਾਂ ਨੂੰ ਜੋ ਇੱਕ ਦੂਰ ਦ੍ਰਿਸ਼ਟੀ ਹੈ, ਉਸ ਚੀਜ਼ ਦੀ ਇੱਕ ਥੋੜੀ ਘਾਟ ਅੱਜ ਕੱਲ੍ਹ ਨਜ਼ਰ ਆ ਰਹੀ ਹੈ। ਬਾਕੀ ਜੋ ਅੱਜ ਦੀ ਜਨਰੇਸ਼ਨ ਹੈ ਉਹ ਬਹੁਤ ਜ਼ਿਆਦਾ એનર્ਜੀ ਨਾਲ ਭਰੀ ਹੋਈ ਹੈ। ਬਸ ਸਿਰਫ ਫਰਕ ਇਹ ਹੈਗਾ ਕਿ ਉਹਨਾਂ ਨੇ ਉਸ એનર્ਜੀ ਨੂੰ ਯੂਜ਼ ਕਿਵੇਂ ਕਰਨਾ ਜੀ। ਤਾਂ ਇੱਕ ਤਾਂ ਸਭ ਤੋਂ ਪਹਿਲਾਂ ਇੱਕ ਵਿਦਿਆਰਥੀ ਆਪਣਾ ਇੱਕ ਟੀਚਾ ਜ਼ਰੂਰ ਮਿੱਥੇ ਕਿ ਉਸਨੇ ਜ਼ਿੰਦਗੀ ਦੇ ਵਿੱਚ ਕਰਨਾ ਕੀ। ਬਿਲਕੁਲ। ਉਸ ਦੇ ਲਈ ਉਹ ਇੱਕ ਆਪਣਾ ਸਟੈਪ ਵਾਈਜ਼ ਸਟੈਪ ਪ੍ਰੋਗਰੈਸ ਕਰਦਾ ਹੋਇਆ ਡੈਫੀਨੇਟਲੀ ਇੱਕ ਦਿਨੋਂ ਮੰਜ਼ਿਲ ਨੂੰ ਅਚੀਵ ਕਰੇਗਾ। ਤੇ ਉਸ ਦੇ ਨਾਲ ਮੈਂ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਇੱਕ ਅਪੀਲ ਕਰਦੀ ਹਾਂ ਕਿ ਪਲੀਜ਼ ਇਸ ਚੀਜ਼ ਤੋਂ ਬਚੋ, ਆਪਣੇ ਆਪ ਨੂੰ ਇਸ ਚੀਜ਼ ਤੋਂ ਸੇਵ ਕਰਕੇ ਰੱਖੋ, ਸਿਕਿਉਰ ਕਰਕੇ ਰੱਖੋ। ਕਿਉਂਕਿ ਜਦੋਂ ਇੱਕ ਟਾਈਮ ਹੁੰਦਾ ਤਾਂ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ, ਜਦੋਂ ਟਾਈਮ ਲੰਘ ਜਾਂਦਾ ਤਾਂ ਫਿਰ ਸਾਡੇ ਕੋਲ ਆਪਣੇ ਆਪ ਨੂੰ ਬਚਾਉਣ ਦਾ, ਸੋਚਣ ਦਾ ਮੌਕਾ ਜਿਹੜਾ ਹੈਗਾ ਉਹ ਨਹੀਂ ਹੁੰਦਾ। ਜਿਹੜੀ ਅੱਜ ਦਾ ਨੌਜਵਾਨ ਵਰਗ ਹੈ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਜਨਰੇਸ਼ਨ ਤਿਆਰ ਕਰਨੀ ਹੈ। ਉਸ ਨਾਲ ਹੀ ਸਾਡਾ ਪੰਜਾਬ, ਸਾਡਾ ਦੇਸ਼ ਤੇ ਅਸੀਂ ਖੁਦ ਪਰਿਵਾਰਿਕ ਤੌਰ ਤੇ ਤਰੱਕੀ ਕਰਾਂਗੇ। ਇਸ ਦੇ ਨਾਲ ਮੈਂ ਸਾਰੇ ਅਧਿਆਪਕ ਸਾਥੀਆਂ ਨੂੰ ਵੀ ਇਸ ਸਟੇਜ ਤੋਂ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਪਲੀਜ਼ ਜਿੱਥੇ ਵੀ ਤੁਹਾਡੇ ਨੇੜੇ ਤੇੜੇ ਕੋਈ ਜ਼ਰੂਰਤਮੰਦ ਵਿਦਿਆਰਥੀ ਹੈ, ਕੋਈ ਬਹੁਤ ਹੀ ਜ਼ਰੀਨ ਸੋਚ ਵਾਲਾ, ਬਹੁਤ ਹੀ ਜ਼ਿਆਦਾ ਸੂਝਵਾਨ ਇੰਟੈਲੀਜੈਂਟ ਬੱਚੇ ਨੇ, ਬਟ ਉਹਨਾਂ ਕੋਲ ਸਹੂਲਤਾਂ ਦੀ ਕਮੀ ਹੈ, ਪਲੀਜ਼ ਕਿ ਉੱਥੋਂ ਉਹਨਾਂ ਤੱਕ ਉਹ ਸਹੂਲਤਾਂ ਆਪਾਂ ਜ਼ਰੂਰ ਪਹੁੰਚਾਈਏ। ਕਿਤੇ 2-4 ਹਜ਼ਾਰ ਰੁਪਏ ਜੇਕਰ ਆਪਣੀ ਜੇਬ ਵਿੱਚੋਂ ਕਿਤੇ ਖਰਚ ਵੀ ਹੋ ਜਾਂਦਾ ਤਾਂ ਆਪਾਂ ਉਹਨਾਂ ਬੱਚਿਆਂ ਤੱਕ ਉਹਨਾਂ ਦੀ ਜ਼ਰੂਰ ਹੈਲਪ ਕਰੀਏ। ਜਦੋਂ ਆਪਾਂ ਆਪਣੇ ਸਟੂਡੈਂਟਸ ਨੂੰ ਆਪਣੇ ਬੱਚੇ ਸਮਝਾਂਗੇ ਤਾਂ ਡੈਫੀਨੇਟਲੀ ਉਹ ਵੀ ਤਰੱਕੀ ਕਰਨਗੇ ਤੇ ਸਾਡੇ ਵਿਦਿਆਰਥੀ ਨੂੰ ਵੀ ਇਸ ਗੱਲ ਦਾ ਇੱਕ ਮਾਣ ਮਹਿਸੂਸ ਹੁੰਦਾ ਕਿ ਨਹੀਂ, ਮੇਰੇ ਮਾਂ-ਬਾਪ ਨਾਲੋਂ ਵੀ ਵੱਧ ਜਿਹੜੀ ਕੇਅਰ ਹੈਗੀ ਆ ਉਹ ਮੇਰਾ ਇੱਕ ਅਧਿਆਪਕ ਕਰ ਰਿਹਾ ਹੈ। ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਤਾਂ ਬੱਚੇ ਵੀ ਸਾਡੇ ਨਾਲ ਜੁੜਦੇ ਨੇ, ਸਮਾਜ ਸਾਡੇ ਨਾਲ ਜੁੜਦਾ। ਇੱਕ ਜਿਵੇਂ ਕਹਾਵਤ ਹੈ ਨਾ ਕਿ ਨਾਲੇ ਪੁੰਨ ਨਾਲੇ ਫਲੀਆਂ, ਹੈ ਨਾ। ਤਾਂ ਡੈਫੀਨੇਟਲੀ ਆਪਾਂ ਇੱਕ ਬਹੁਤ ਅੱਛੀ ਸੈਲਰੀ ਵੀ ਲੈ ਰਹੇ ਹਾਂ, ਤਾਂ ਉਹਦੇ ਵਿੱਚ ਅਸੀਂ ਬੱਚਿਆਂ ਨੂੰ, ਆਪਣੀ ਜਿਹੜੀ ਜਨਰੇਸ਼ਨ ਹੈ, ਬॉयਜ਼ ਨੇ, ਗਰਲਜ਼ ਨੇ, ਹੈ ਨਾ, ਆਪਾਂ ਉਹਨਾਂ ਨੂੰ ਅੱਗੇ ਲੈ ਕੇ ਜਾਈਏ। ਤੇ ਗਰਲਜ਼ ਲਈ ਮੈਂ ਸਪੈਸ਼ਲੀ ਇਹ ਗੱਲ ਕਹਿੰਦੀ ਹੁੰਦੀ ਹਾਂ ਕਿ ਰੋਟੀ ਤਾਂ ਦੇਖੋ ਹਰ ਇੱਕ ਨੇ ਪਕਾਉਣੀ ਸਿੱਖੀ ਲੈਣੀ ਹੈ, ਘਰ ਦੇ ਕੰਮ ਆਪਾਂ ਨੇ ਕਰਨੇ ਆ, ਬਟ ਉਸ ਦੇ ਨਾਲ ਸਾਡਾ ਆਪਣੇ ਪੈਰਾਂ ਤੇ ਖੜੇ ਹੋਣਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਂ ਚਾਹੁੰਦੀ ਹਾਂ ਕਿ ਠੀਕ ਹੈ ਤੁਸੀਂ ਮਿਹਨਤ ਕਰਦੇ ਹੋ, ਬਟ ਤੁਸੀਂ ਆਪਣੇ ਆਪ ਨੂੰ ਇਸ ਲੈਵਲ ਤੇ ਡਿਵੈਲਪ ਕਰੋ ਕਿ ਕੱਲ ਨੂੰ ਤੁਹਾਨੂੰ 100 ਰੁਪਏ ਦੇ ਲਈ ਕਿਸੇ ਮੂਹਰੇ ਹੱਥ ਨਾ ਅੱਡਣਾ ਪਵੇ। ਬਿਲਕੁਲ। ਬਾਕੀ ਸਾਰਾ ਕੁਝ ਜ਼ਿੰਦਗੀ ਦੇ ਵਿੱਚ ਚੱਲਦਾ ਰਹਿਣਾ। ਆਪਣੇ ਆਪ ਨੂੰ ਸਟੈਂਡ ਕਰੋ, ਆਪਣੇ ਆਪ ਨੂੰ ਕਿਸੇ ਨਾ ਕਿਸੇ ਦਿਸ਼ਾ ਵੱਲ ਜ਼ਰੂਰ ਲੈ ਕੇ ਜਾਓ ਤਾਂ ਕਿ ਤੁਸੀਂ ਆਪਣੇ ਆਪ ਤੇ ਮਾਣ ਮਹਿਸੂਸ ਕਰੋ। ਇੱਕ ਪੜ੍ਹੀ ਲਿਖੀ ਜਿਹੜੀ ਮਾਂ ਹੈ ਉਹ ਹੀ ਇੱਕ ਜਿਹੜਾ ਵਧੀਆ ਜਨਰੇਸ਼ਨ ਹੈਗੀ ਆ ਉਹ ਇੱਕ ਤਿਆਰ ਕਰ ਸਕਦੀ ਹੈ, ਉਹ ਆਪਣੇ ਬੱਚਿਆਂ ਦੀ ਮਦਦ ਕਰ ਸਕਦੀ ਹੈ। ਇਸ ਲਈ ਪਲੀਜ਼ ਇੱਕ ਜਿਸ ਤਰ੍ਹਾਂ ਦਾ ਸਿਨੈਰੀਓ ਆਲੇ ਦੁਆਲੇ ਸਮਾਜ ਵਿੱਚ ਬਣਿਆ ਹੋਇਆ ਹੈ,
ਜਿਸ ਤਰ੍ਹਾਂ ਦਾ ਇੱਕ ਆਪਾਂ ਕਹਿੰਦੇ ਕਿ ਅਸੀਂ ਸਮਾਜ ਨੂੰ ਨਹੀਂ ਕਿਸੇ ਹੱਦ ਤੱਕ ਉਹ ਕਰ ਸਕਦੇ ਹੈਗੇ, ਸਮਾਜ ਨੂੰ ਆਪਾਂ ਕਿਸੇ ਮਾੜੀ ਚੀਜ਼ ਤੋਂ ਨਹੀਂ ਰੋਕ ਸਕਦੇ, ਬਟ ਪਲੀਜ਼ ਗਰਲਜ਼ ਆਪਣੇ ਆਪ ਨੂੰ ਸੇਫ ਸਿਕਿਉਰ ਸਾਵਧਾਨ ਹੋ ਕੇ ਜ਼ਰੂਰ ਚੱਲਣ, ਤਾਂ ਡੈਫੀਨੇਟਲੀ ਅਸੀਂ ਆਪਣੇ ਆਪ ਨੂੰ ਵੀ ਬਚਾ ਸਕਦੇ ਹਾਂ, ਦੂਜਿਆਂ ਨੂੰ ਵੀ ਬਚਾ ਸਕਦੇ ਹਾਂ, ਤੇ ਅਸੀਂ ਆਪਣੇ ਪੈਰਾਂ 'ਤੇ ਵੀ ਸਟੈਂਡ ਹੋ ਸਕਦੇ ਹਾਂ। ਇਸ ਚੀਜ਼ ਲਈ ਆਪਣਾ ਜਿਹੜਾ ਮੇਨ ਮੋਟਿਵ ਹੈਗਾ ਉਹ ਇਸ ਚੀਜ਼ ਦੇ ਉੱਪਰ ਫੋਕਸ ਕਰੀਏ ਕਿ ਹਰ ਇੱਕ ਬੰਦਾ ਇੱਕ ਦਿਸ਼ਾ ਲੈ ਕੇ ਜ਼ਰੂਰ ਅੱਗੇ ਵਧੇ, ਤਾਂ ਕਿ ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕੇ, ਕਿਉਂਕਿ ਜਿਹੜਾ ਇੱਕ ਕਾਮਯਾਬ ਮਨੁੱਖ ਹੈਗਾ ਉਹੀ ਫਿਰ ਇੱਕ ਵਧੀਆ ਸਮਾਜ ਸਿਰਜ ਸਕਦਾ ਜੀ। ਸੋ ਦੋਸਤੋ, ਬਹੁਤ ਹੀ ਖੂਬਸੂਰਤ ਮੈਸੇਜ ਸਾਰਿਆਂ ਵਾਸਤੇ, ਸਾਰੇ ਵਰਗ ਦੇ ਬੱਚਿਆਂ ਵਾਸਤੇ, ਅਧਿਆਪਕਾਂ ਵਾਸਤੇ, ਜਾਂ ਆਪਾਂ ਹਰ ਇੱਕ ਪਰਸਨ ਲਈ ਇਹ ਮੈਸੇਜ ਲੈ ਸਕਦੇ ਹਾਂ ਤੇ ਇਹਦੇ ਉੱਤੇ ਆਪਾਂ ਇੰਪਲੀਮੈਂਟ ਕਰਕੇ ਇੱਕ ਵਧੀਆ ਸਮਾਜ ਅੱਜ ਦੀ ਡੇਟ ਦੇ ਵਿੱਚ ਸਿਰਜ ਸਕਦੇ ਹਾਂ, ਜੋ ਕਿ ਮੈਡਮ ਕਮਲਜੀਤ ਹੋਣੀ ਕਰ ਵੀ ਰਹੇ ਨੇ ਤੇ ਉਹਦੇ ਨਾਲ ਨਾਲ ਸਾਹਿਤਕ ਕਲਾਵਾਂ ਨੂੰ ਬਹੁਤ ਹੀ ਉੱਚੇ ਪੱਧਰ ਤੇ ਵੀ ਲੈ ਕੇ ਜਾ ਰਹੇ ਨੇ ਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਬਹੁਤ ਹੀ ਭਾਵਨਾ ਦੇ ਨਾਲ ਕਰ ਰਹੇ ਨੇ। ਸੋ ਲੋੜ ਹੈ ਦੋਸਤੋ, ਇਹੋ ਜਿਹੇ ਪਰਸਨਸ ਨੂੰ ਆਪਾਂ ਸਪੋਰਟ ਕਰੀਏ ਤੇ ਇਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰੀਏ, ਇਹਨਾਂ ਦੇ ਐਕਸਪੀਰੀਅੰਸਿਸ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰੀਏ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਮੈਂ ਹਰਜੋਤ ਸਿੰਘ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਵਿਸ਼ੇਸ਼ ਸਾਡੇ ਜਿਹੜੇ ਗੈਸਟ ਨੇ ਮੈਡਮ ਪ੍ਰਿੰਸੀਪਲ ਕਮਲਜੀਤ ਜੀ, ਉਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ। ਥੈਂਕ ਯੂ ਵੈਰੀ ਮਚ। ਧੰਨਵਾਦ ਬਹੁਤ ਤੁਹਾਡਾ ਹਰਜੋਤ ਜੀ ਕਿ ਤੁਸੀਂ ਮੈਨੂੰ ਇੱਥੇ ਮੌਕਾ ਦਿੱਤਾ। ਇਸ ਤੋਂ ਇਲਾਵਾ ਮੈਂ ਸਾਰੇ ਸਰੋਤਿਆਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਕਿ ਉਹ ਪਲੀਜ਼ ਕਿਤਾਬ ਖਰੀਦਣ ਤੋਂ ਇਲਾਵਾ ਜੇਕਰ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਇੱਕ ਟੈਕਸਟ ਕਰ ਸਕਦੇ ਹੋ, ਕਿਤਾਬ ਤੁਹਾਡੇ ਤੱਕ ਫ੍ਰੀ ਵੀ ਪਹੁੰਚਾ ਦਿੱਤੀ ਜਾਏਗੀ। ਥੈਂਕ ਯੂ। ਬਹੁਤ ਵਧੀਆ। ਲਾਸਟ ਤੇ ਮੈਮ, ਤੁਸੀਂ ਸਾਡੇ YouTube ਚੈਨਲ ਤੇ ਸਾਡੇ YouTube ਚੈਨਲ ਬਾਰੇ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਹਰਜੋਤ ਜੀ ਨੇ ਜੋ ਇੱਕ ਉਪਰਾਲਾ ਸ਼ੁਰੂ ਕੀਤਾ ਹੈ, ਸਮਾਜ ਵਿੱਚ ਉਹਨਾਂ ਫੇਸਿਸ ਨੂੰ ਮੇਨ ਪੇਜ ਤੇ ਲੈ ਕੇ ਆਉਣ ਦਾ, ਜਿਹੜੇ ਡਿਜ਼ਰਵ ਕਰਦੇ ਆ ਕਿ ਲੋਕ ਉਹਨਾਂ ਨੂੰ ਜਾਣਨ, ਹੈ ਨਾ, ਇਹਨਾਂ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ। ਮੈਂ ਵੀ ਇਸ ਪਾਰਟ ਦਾ ਹਿੱਸਾ ਬਣੀ ਹਾਂ ਕਿ ਇਹਨਾਂ ਨੇ ਇੱਕ ਦੋਸਤ ਹੋਣ ਦੇ ਨਾਤੇ, ਇੱਕ ਬਹੁਤ ਵਧੀਆ ਯੂਟਿਊਬਰ ਹੋਣ ਦੇ ਨਾਤੇ ਇਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ ਤੇ ਮੈਨੂੰ ਵੀ ਮੌਕਾ ਦਿੱਤਾ। ਇਹ ਮੇਰੇ ਵਰਗੇ ਕਿੰਨੇ ਹੀ ਚਿਹਰਿਆਂ ਨੂੰ ਤੁਹਾਡੇ ਰੂਬਰੂ ਕਰਵਾਉਣਗੇ ਤਾਂ ਕਿ ਆਪਾਂ ਸਾਰੇ ਇੱਕ ਦੂਸਰੇ ਨੂੰ ਮਿਲ ਸਕੀਏ, ਜਾਣ ਸਕੀਏ, ਤੇ ਇਸ ਦੇ ਲਈ ਮੈਂ ਇਹਨਾਂ ਨੂੰ ਬਹੁਤ ਵਧਾਈ ਵੀ ਦਿੰਦੀ ਹਾਂ ਅਤੇ ਸ਼ੁਭ ਕਾਮਨਾਵਾਂ ਦਿੰਦੀ ਹਾਂ ਕਿ ਇਹਨਾਂ ਦਾ ਜਿਹੜਾ ਜੋ ਚੈਨਲ ਹੈ, ਇਹ ਉਪਰਾਲਾ ਹੈ, ਇਹ ਬਹੁਤ ਹੀ ਜ਼ਿਆਦਾ ਤਰੱਕੀ ਵੱਲ ਕਦਮ ਵਧਾਵੇ। ਥੈਂਕ ਯੂ ਵੈਰੀ ਮਚ।